ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਥੰਬਨੇਲ ਸਭ ਨੂੰ ਪਤਾ ਵੀ ਆਪਾਂ ਮੋਸਟ ਇੰਪੋਰਟੈਂਟ ਜਿਹੜੇ ਕਰੰਟ ਅਫੇਅਰ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਤੁਹਾਡੇ ਨਾਲ। ਠੀਕ ਆ, ਇਹ ਬੱਚੇ ਦੇਖੋ ਥੰਬਨੇਲ ਤਾਂ ਆਪਣਾ ਹੁਣ ਸਾਰੇ ਜਿੰਨੇ ਤਕਰੀਬਨ ਆਉਣਗੇ ਉਹਨਾਂ ਦੇ ਉੱਤੇ ਹੀ ਰਹਿਣਾ। ਇਹ ਨਹੀਂ ਹੈਗਾ ਵੀ ਇਹ ਇਕੱਲੇ ਸਿਰਫ ਮਈ ਦੇ ਨੇ। ਠੀਕ ਆ, ਇਹ ਤੋਂ ਬਿਨਾਂ ਵੀ ਆਪਾਂ ਇਹ ਨਹੀਂ ਹੈਗਾ ਇਕੱਲੇ ਮਈ ਦਾ, ਤਾਂ ਆਪਾਂ ਪਿਛਲੇ ਸਾਲ ਮਈ, ਜਨਵਰੀ, ਅਪ੍ਰੈਲ, ਮਾਰਚ ਤੋਂ ਲੈ ਕੇ ਜਿੰਨੇ ਇੰਪੋਰਟੈਂਟ ਨੇ ਉਹ ਸਾਰੇ ਕਵਰ ਕਰਨੇ ਆ। ਤਾਂ ਉਹਨਾਂ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੱਚੇ ਵੀਡੀਓ ਨੂੰ ਦੇਖੋਗੇ ਧਿਆਨ ਦੇ ਨਾਲ, ਬਸ ਤੁਹਾਡਾ ਫੈਕਟ ਇੱਕ ਵਾਰੀ ਦਿਮਾਗ ਦੇ ਵਿੱਚੋਂ ਚੀਜ਼ ਲੰਘੀ ਕਿ ਹਾਂ ਆਹ ਵਾਲੀ ਚੀਜ਼ ਐਵੇਂ ਸੀ, ਤੁਹਾਡਾ ਉੱਥੋਂ ਦਾ ਕੰਮ ਚੱਲ ਜੂਗਾ। ਤਾਂ 90% ਤੁਹਾਨੂੰ ਇੱਥੋਂ ਹੀ ਮਿਲ ਜਾਣੇ ਆ। ਅਤੇ ਜਿਹੜੇ ਚੈਨਲ ਦੇ ਉੱਤੇ ਬੱਚੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ। ਅਤੇ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਹ ਪਹਿਲਾਂ ਵਾਲੀ ਵੀਡੀਓ ਨੂੰ ਦੇਖ ਲਿਓ। ਸਭ ਤੋਂ ਪਹਿਲਾਂ ਦੇਖੋ, ਤੁਸੀਂ ਹੁਣ ਨਿਊਜ਼ ਦੇ ਵਿੱਚ ਦੇਖਿਆ ਸੀ ਬੱਚੇ, ਪਹਿਲਾਂ ਇੱਕ ਟਰਮ ਚੱਲੀ ਸੀ ਨਿਊਜ਼ ਦੇ ਵਿੱਚ, ਸ਼ਰਿੰਕਫਲੇਸ਼ਨ। ਜਿਹੜੇ ਬੱਚੇ ਤਾਂ ਰੈਗੂਲਰ ਨਿਊਜ਼ਪੇਪਰ ਦੇਖਦੇ ਆ ਉਹਨਾਂ ਨੂੰ ਤਾਂ ਇਹ ਚੀਜ਼ ਪਤਾ ਹੋਊਗੀ ਵੀ ਸ਼ਰਿੰਕਫਲੇਸ਼ਨ ਆਈ ਸੀਗੀ। ਦੇਖੋ, ਮੈਂ ਕੱਲੀ ਨਿਊਜ਼ ਨੂੰ ਐਕਸਪਲੇਨ ਨਹੀਂ ਕਰੂੰਗਾ ਵੀ ਕਿਹੜੀ ਚੀਜ਼ ਹੈ, ਤਾਂ ਜਿੰਨਾ ਐਗਜ਼ਾਮ ਓਰੀਐਂਟਡ ਆਪਣੇ ਲਈ ਇੰਪੋਰਟੈਂਟ ਹੋਊਗਾ ਆਪਾਂ ਉਹ ਚੀਜ਼ ਨੂੰ ਇੱਥੇ ਡਿਸਕਸ ਕਰਾਂਗੇ। ਠੀਕ ਆ, ਇਹ ਕੀ ਆ? ਇਹ ਆਪਣੀ ਜਿਹੜੀ ਹਿਡਨ ਇਨਫਲੇਸ਼ਨ ਹੁੰਦੀ ਆ ਉਹਦੀ ਕਿਸਮ ਇੱਕ, ਜਿਹੜੀ ਆਪਣੇ ਛੁਪੀ ਹੋਈ ਇਨਫਲੇਸ਼ਨ ਹੁੰਦੀ ਆ ਉਹਦੀ ਕੀ ਆ, ਇੱਕ ਫੋਰਮ ਆ। ਠੀਕ ਆ, ਤਾਂ ਇਹ ਆਪਣਾ ਕਾਹਦੇ ਚੋਂ ਸੀਗਾ? ਇਕੋਨਮੀ ਦੇ ਵਿੱਚੋਂ। ਤੁਹਾਨੂੰ ਇਹਦੀ ਜਾਂ ਤਾਂ ਡੈਫੀਨੇਸ਼ਨ ਆ ਸਕਦੀ ਆ ਜਾਂ ਫਿਰ ਤੁਹਾਨੂੰ ਆ ਸਕਦਾ ਵੀ ਸ਼ਰਿੰਕਫਲੇਸ਼ਨ ਆ ਜਿਹੜਾ ਇਹ ਨਿਊਜ਼ ਦੇ ਵਿੱਚ ਰਿਹਾ ਸੀ। ਇਹਨਾਂ ਦੇ ਵਿੱਚੋਂ ਕਿਹੜਾ ਇਹਦੇ ਬਾਰੇ ਕਰੈਕਟ ਆ, ਜਾਂ ਫਿਰ ਇਹਨਾਂ ਦੇ ਵਿੱਚੋਂ 3 ਕਰੈਕਟ ਦੇ ਕੇ ਤੁਹਾਨੂੰ ਇੱਕ ਆ ਸਕਦਾ ਵੀ ਇਨਕਰੈਕਟ ਕਿਹੜਾ ਹੈਗਾ, ਜਾਂ ਫਿਰ ਚਾਰੋਂ ਦੇ ਕੇ ਵੀ ਇਹਨਾਂ ਦੇ ਵਿੱਚੋਂ 5 ਆਪਸ਼ਨਾਂ ਦੇ ਦੇਣ, ਤੁਹਾਨੂੰ ਨਨ ਆਫ ਦੀਜ਼ ਲਾਉਣਾ ਹੋਵੇ ਵੀ ਕਿਹੜਾ ਸਹੀ ਆ, ਕੋਈ ਵੀ ਸਹੀ ਨਾ ਹੋਵੇ। ਤਾਂ ਬੱਚੇ ਇਹ ਸੀਗਾ ਇਕੋਨਮੀ ਦਾ। ਆਪਾਂ ਸਾਰੇ ਮਿਕਸ ਜੇ ਕਰਨੇ ਆ, ਇਹ ਨਹੀਂ ਹੈਗਾ ਵੀ ਆਪਾਂ ਸਾਰੇ ਇੱਕ ਹੀ ਚੀਜ਼ ਕਰਨੀ ਆ। ਬੱਚੇ ਦੇਖੋ, ਇੱਕ ਇਕੁਆਡੋਰ ਦੇਸ਼ ਆ ਨਾ, ਸਭ ਨੇ ਸੁਣਿਆ ਤੁਸੀਂ, ਤਾਂ ਉਹ ਵਰਲਡ ਦਾ ਫਸਟ ਕੰਟਰੀ ਬਣਿਆ ਜਿਹਨੇ ਵਰਲਡ ਐਨੀਮਲਸ ਨੇ ਉਹਨਾਂ ਦੇ ਲਈ ਲੀਗਲ ਰਾਈਟ ਕੀਤੇ ਨੇ। ਠੀਕ ਆ, ਤਾਂ ਕਿਹੜੀ ਕੰਟਰੀ ਆ ਜਿਹੜੀ ਕਿ ਇਕੁਆਡੋਰ ਵਰਲਡ ਦੀ ਫਸਟ ਕੰਟਰੀ ਬਣਿਆ ਜਾਂ ਫਸਟ ਨੇਸ਼ਨ ਬਣਿਆ ਜਿਹਨੇ ਕੀ ਕੀਤੇ ਨੇ ਵਰਲਡ ਐਨੀਮਲਸ ਨੂੰ ਲੀਗਲ ਰਾਈਟਸ ਦਿੱਤੇ ਨੇ। ਠੀਕ ਆ, ਤਾਂ ਇਹ ਵਾਲੀ ਕੰਟਰੀ ਕਿਹੜੀ ਬਣੀ ਆ? ਇਕੁਆਡੋਰ ਬਣੀ ਆ। ਅਤੇ ਇਸ ਤੋਂ ਬਾਅਦ ਬੱਚੇ ਦੇਖੋ, ਇਸ ਤੋਂ ਬਾਅਦ ਜਿਹੜੇ ਆਪਣੇ ਨੈਸ਼ਨਲ ਪਾਰਕ ਨੇ ਉਹਨਾਂ ਨੂੰ ਆਪਾਂ ਇੱਕ ਦਿਨ ਲਈ ਰੱਖਾਂਗੇ। ਠੀਕ ਆ, ਤਾਂ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਹੁਣ ਦੇਖੋ, ਇੱਕ ਰਿਪੋਰਟ ਆਉਂਦੀ ਆ ਦਾ ਫਰੰਟੀਅਰ 2020 ਰਿਪੋਰਟ, ਸੌਰੀ 2020 ਨਹੀਂ, ਦ ਫਰੰਟੀਅਰ 2022 ਰਿਪੋਰਟ। ਬੱਚੇ ਰਿਪੋਰਟ ਤੇ ਇੰਡੈਕਸ ਦੇ ਵਿੱਚੋਂ ਤੁਹਾਨੂੰ 2 ਤਕਰੀਬਨ ਕੁਐਸਚਨ ਦੇਖਣ ਨੂੰ ਮਿਲਣਗੇ, ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਕੱਢ ਕੇ ਜਾਇਓ, ਅੱਖਾਂ ਨਹੀਂ। ਦੇਖੋ ਇਹਦੇ 'ਚ ਕੀ ਆ, UNEP ਕਿਸ ਦੁਆਰਾ ਹੁੰਦੀ ਹੈ? ਇਹ UNEP ਦੁਆਰਾ। ਹੁਣ UNEP ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਸਾਰੇ ਫੈਕਟ ਕਰਵਾਏ ਹੋਏ ਨੇ, ਔਰ ਇਹ ਐਨੂਅਲ ਬੇਸ ਆਉਂਦੀ ਆ, ਮਤਲਬ ਕਿ ਹਰ ਸਾਲ ਆਉਂਦੀ ਆ। ਔਰ ਜਿਹੜਾ ਇਹਦਾ ਟਾਈਟਲ ਸੀਗਾ ਆਪਾਂ ਇਹ ਧਿਆਨ 'ਚ ਰੱਖਣਾ, ਇਹਦਾ ਟਾਈਟਲ ਸੀਗਾ ਜਿਹੜਾ ਨੋਇਜ਼, ਬਲੇਜਸ ਐਂਡ ਮਿਸਮੈਚਸ। ਤਾਂ ਆਹ ਵਾਲਾ ਕੀ ਸੀਗਾ ਇਹਦਾ ਟਾਈਟਲ ਸੀਗਾ, ਦਾ ਫਰੰਟੀਅਰ 2022 ਦਾ ਇਹਦਾ ਆਪਣਾ। ਇਸ ਤੋਂ ਬਾਅਦ ਦੇਖੋ ਇਹਦੇ 'ਚ ਹਾਈਲਾਈਟਸ ਕੀ ਨੇ। ਜਿਹੜੀ ਸਭ ਤੋਂ ਨੋਇਜ਼ ਵਾਲੀ ਸਿਟੀ ਆ, ਨੋਇਜ਼ ਦੀ ਸਿਟੀ ਬਣੀ ਆ, ਉਹ ਕਿਹੜੀ ਆ? ਢਾਕਾ। ਅਤੇ ਇਹ ਕਿਹਦੀ ਕੈਪੀਟਲ ਆ ਬੱਚੇ? ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ। ਜਿਹੜਾ ਤੁਹਾਨੂੰ ਐਫਰਟਸ ਘਰ ਤੋਂ ਦੱਸੇ ਜਾਂਦੇ ਆ ਤਾਂ ਉਹ ਤੁਹਾਡੀ ਰਿਲੇਟਡ ਸਰਚ ਦਾ ਕੰਮ ਹੁੰਦਾ ਬੱਚੇ, ਉਹਦਾ ਰਿਪਲਾਈ ਜ਼ਰੂਰ ਕਰਿਆ ਕਰੋ। ਕਿਹੜੀ ਚੀਜ਼ ਤੁਹਾਨੂੰ ਪੁੱਛੀ ਜਾਂਦੀ ਹੈ ਤਾਂ ਉਹਦੇ ਨਾਲ ਪੱਕਾ ਤੁਹਾਨੂੰ ਕੋਈ ਨਾ ਕੋਈ ਫੈਕਟ ਮਿਲੂਗਾ। ਇਸ ਤੋਂ ਬਾਅਦ ਆਪਣੇ ਕਿਹੜੇ ਨੇ? ਆਪਣਾ ਵੀ ਹੈਗਾ ਮੁਰਾਦਾਬਾਦ, ਕਿੱਥੇ ਆ ਇਹ? ਯੂਪੀ ਦੇ ਵਿੱਚ ਆ। ਔਰ ਆਪਣੇ 5 ਸ਼ਹਿਰ ਹੋਰ ਵੀ ਨੇ, ਮਤਲਬ ਆ ਮੁਰਾਦਾਬਾਦ ਵਿੱਚ ਹੀ ਲਾ ਕੇ, ਅਸਨਸੋਲ, ਜੈਪੁਰ, ਕੋਲਕਾਤਾ, ਨਿਊ ਦਿੱਲੀ ਐਂਡ ਆਹ ਤਾਂ ਆਪਾਂ ਕਰ ਹੀ ਲਿਆ। ਇਸ ਤੋਂ ਬਾਅਦ ਇੱਕ ਜਿਹੜਾ ਰਹਿ ਗਿਆ ਬੱਚੇ, ਉਹਦਾ ਨਾਮ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਇਹ ਤੋਂ ਬਾਅਦ 5ਵਾਂ ਕਿਹੜਾ ਸੀਗਾ। ਔਰ ਜੇ ਇਹ ਜਾਵੇ ਗੱਲ ਸਭ ਤੋਂ ਜਿਹੜੀਆਂ ਸ਼ਾਂਤੀ ਪੂਰਵਕ ਸਿਟੀਆਂ ਨੇ, ਸ਼ਾਂਤੀ ਦੇ ਵਿੱਚ ਕਿਹੜੀ ਸਿਟੀ ਆ? ਉਹ ਹੈਗੀ ਆ ਇਰਬੜ। ਇਹ ਹੈਗੀ ਆ ਜਾਰਡਨ ਦੀ। ਠੀਕ ਹੈ, ਜਾਰਡਨ ਕੰਟਰੀ ਦੇ ਵਿੱਚ ਇਹ ਵਾਲੀ ਸਿਟੀ ਆ ਜਿਹੜੀ ਸ਼ਾਂਤ ਆ। ਫਿਰ ਇਸ ਤੋਂ ਬਾਅਦ ਫਰਾਂਸ ਦੀ ਹੈ, ਫਰਾਂਸ ਦੀ ਲਿਓਨ ਆ। ਇਸ ਤੋਂ ਬਾਅਦ ਸਪੇਨ ਦੀ ਕੈਪੀਟਲ ਆ ਜਿਹੜੀ, ਉਹ ਵੀ ਤੀਸਰੇ ਨੰਬਰ 'ਤੇ ਆਉਂਦੀ ਆ। ਦਾ ਫਰੰਟੀਅਰ 2022 ਰਿਪੋਰਟ ਆ ਜਿਹੜੀ ਤੁਹਾਨੂੰ ਕਲੀਅਰ ਹੋਊਗੀ। ਤਾਂ ਇਹ ਬੱਚੇ ਇਹਦੇ 'ਚੋਂ ਤੁਸੀਂ ਇੰਨੀ ਚੀਜ਼ ਬਸ ਕਲੀਅਰ ਕਰਨੀ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਨੈਸ਼ਨਲ ਡੋਲਫਿਨ ਡੇ। ਨੈਸ਼ਨਲ ਡੋਲਫਿਨ ਡੇ
ਤਾਂ ਇਹ ਤਾਂ ਬੱਚੇ ਹੁਣੀ ਆਹ ਮਾਰਚ ਅਪ੍ਰੈਲ ਦੀ ਗੱਲ ਆ। ਤਾਂ ਉਹ ਇਹ 5 ਅਕਤੂਬਰ ਨੂੰ ਹਰ ਸਾਲ ਕਿਹਾ ਵੀ ਇਹਨੂੰ ਆਪਾਂ ਓਬਜ਼ਰਵ ਕਰਿਆ ਕਰਨਾ ਨੈਸ਼ਨਲ ਡੋਲਫਿਨ ਡੇ ਦੇ ਰੂਪ ਦੇ ਵਿੱਚ। ਤਾਂ ਸਟੈਂਡਿੰਗ ਕਮੇਟੀ ਬਣੀ ਸੀ ਇਹਦੇ ਲਈ, ਠੀਕ ਆ, ਸਟੈਂਡਰਡ ਕਮੇਟੀ ਆਫ ਨੈਸ਼ਨਲ ਬੋਰਡ ਫॉर ਵਰਲਡ ਲਾਈਫ, ਠੀਕ ਆ। ਤਾਂ ਚਲੋ ਇੰਨਾ ਇਹਦੇ 'ਚ ਆਪਾਂ ਨੂੰ ਡੈਪਥ ਦੇ ਵਿੱਚ ਜਾਣ ਦੀ ਵਿੱਚ ਲੋੜ ਨਹੀਂ ਹੈਗੀ, ਬਸ ਤੁਸੀਂ ਧਿਆਨ ਰੱਖਿਓ ਵੀ ਨੈਸ਼ਨਲ ਡੋਲਫਿਨ ਡੇ ਕਦੋਂ ਹੁੰਦਾ, 5 ਅਕਤੂਬਰ ਨੂੰ ਹੁੰਦਾ। ਅਤੇ ਇਹ ਹੁਣ ਇਹ ਐਨੂਅਲੀ ਆ ਜਿਹੜਾ ਇਹ ਮਨਾਇਆ ਜਾਇਆ ਕਰੂਗਾ। ਤਾਂ ਇਹ ਆਪਣੀ ਸਰਕਾਰ ਨੇ ਇਨੀਸ਼ੀਏਟਿਵ ਲਿਆ ਗਿਆ ਇਹਦੇ ਲਈ, ਨੈਸ਼ਨਲ ਡੋਲਫਿਨ ਡੇ ਦੇ ਲਈ। ਇਸ ਤੋਂ ਬਾਅਦ ਦੇਖੋ ਹੁਣ ਅਮਰਨਾਥ ਯਾਤਰਾ, ਤੁਹਾਡੇ 'ਚੋਂ ਬਹੁਤ ਸਾਰੇ ਹੋਣਗੇ ਬੱਚੇ ਜਿਹੜੇ ਮਤਲਬ ਕਿ ਜਾਂਦੇ ਹੋਣਗੇ। ਤਾਂ ਅਮਰਨਾਥ ਯਾਤਰਾ ਕਾਫੀ ਚਰਚਾ ਦੇ ਵਿੱਚ ਰਹੀ ਆ। ਦੇਖੋ ਇਹਨਾਂ ਬਾਰੇ ਕੀ ਫੈਕਟ ਨੇ ਬੱਚੇ, ਉਹਦਾ ਤੁਹਾਨੂੰ ਸਭ ਨੂੰ ਪਤਾ, ਅਤੇ ਮੈਂ ਤੁਹਾਨੂੰ ਇੱਥੋਂ ਦੱਸੂਗਾ ਵੀ ਵੈਸੇ ਇਹਦੇ 'ਚੋਂ ਇੰਪੋਰਟੈਂਟ ਐਗਜ਼ਾਮ ਓਰੀਐਂਟਡ ਕੀ ਆ। ਤਾਂ ਇਹ ਹੈ ਕਿੱਥੇ ਆ, ਪਹਿਲਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਆ। ਔਰ ਜੇ ਆਪਾਂ ਦੇਖੀਏ ਇਹਦੀ ਉਚਾਈ ਕਿੰਨੀ ਆ, ਐਲਟੀਟਿਊਡ ਕਿੰਨੇ 'ਤੇ ਆ, ਇਹ 3888 ਮੀਟਰ ਹਾਈਟ 'ਤੇ ਆ। ਔਰ ਜੇ ਆਪਾਂ ਗੱਲ ਕਰੀਏ ਸ਼੍ਰੀਨਗਰ ਤੋਂ ਇਹਦਾ ਡਿਸਟੈਂਸ ਕਿੰਨਾ ਗਾ, 141 ਕਿਲੋਮੀਟਰ, ਯਾਨੀ ਕਿ 141 ਕਿਲੋਮੀਟਰ। ਔਰ ਇੱਥੇ ਅਮਰਨਾਥ ਮੰਦਿਰ ਵੀ ਆ ਜਿਹੜਾ ਕਿ ਸ਼ਕਤੀਪੀਠਾਂ ਦੇ ਵਿੱਚੋਂ ਇੱਕ ਆ। ਤਾਂ ਬੱਚੇ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣੀ ਵੀ ਅਮਰਨਾਥ ਯਾਤਰਾ ਡਨ। ਇਹ ਤੋਂ ਬਾਅਦ ਦੇਖੋ ਬੱਚੇ ਅਗਲਾ ਆਪਾਂ ਕਰਨਾ ਨਵਰੋਜ਼, ਠੀਕ ਆ। ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨਵਰੋਜ਼ ਕੀ ਆ, ਵੈਸੇ ਇੱਕ ਇਹ ਫੈਸਟੀਵਲ ਆ। ਨਵਰੋਜ਼ ਕੀ ਆ, ਇੱਕ ਫੈਸਟੀਵਲ ਆ ਇਹ। ਇਹਨੂੰ ਇੰਡੀਆ ਦੇ ਵਿੱਚ ਕੀ ਕਹਿੰਦੇ ਅਸੀਂ, ਇੰਡੀਆ ਦੇ ਵਿੱਚ ਇਹਨੂੰ ਜਮਸ਼ੇਦ ਨਵਰੋਜ਼ ਕਿਹਾ ਜਾਂਦਾ ਇਹਨੂੰ ਭਾਰਤ ਦੇ ਵਿੱਚ। ਤਾਂ ਹੁਣ ਇਹਦੇ ਬਾਰੇ ਜਿਹੜੇ ਕੁਛ ਕੁ ਫੈਕਟ ਨੇ ਉਹਨਾਂ ਨੂੰ ਆਪਾਂ ਦੇਖ ਲਈਏ। ਤਾਂ ਇਹ ਹਰ ਸਾਲ ਕਦੋਂ ਹੁੰਦਾ, ਐਵਰੀ ਈਅਰ ਕਦੋਂ ਹੁੰਦਾ ਇਹ, 21 ਮਾਰਚ ਨੂੰ, ਠੀਕ ਆ। ਹਰ ਸਾਲ 21 ਮਾਰਚ ਨੂੰ ਹੁੰਦਾ। ਅਤੇ ਇਹ ਨਵਾਂ ਸਾਲ ਕਿੰਨਾ ਦਾ, ਚਾਹੇ ਸੁੰਨੀ ਸ਼ੀਆ ਮੁਸਲਮਾਨ ਕਿਹੜੇ ਵੀ ਨੇ ਉਹਨਾਂ ਦਾ ਹੁੰਦਾ, ਅਤੇ ਪਰਸੀਅਨ ਹੁੰਦਾ ਉਹਨਾਂ ਦਾ। ਮਤਲਬ ਕਿ ਬੇਸਿਕਲੀ ਇਹ ਇਰਾਨੀਆਂ ਦਾ ਹੀ ਆ। 1079 ਦੇ ਵਿੱਚ ਪਰਸੀਅਨ ਇਰਾਨੀ ਕਿੰਗ ਸੀਗੇ ਜਿਹੜੇ ਜਲਾਲੂਦੀਨ ਜਲਾਲੂਦੀਨ ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਠੀਕ ਆ। ਮਤਲਬ ਕਿ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀ ਉਹ ਇੱਕ ਉਹਨਾਂ ਦਾ ਜਿਹੜਾ ਮਕਸਦ ਸੀਗਾ ਉਦੋਂ ਰੈਵਨਿਊ ਅਤੇ ਟੈਕਸ ਕਲੈਕਸ਼ਨ ਕਰਨੀ ਸੀ ਉਹਨਾਂ ਨੇ। ਅਤੇ ਹੁਣ ਇਹਨੂੰ ਆਪਾਂ ਨਵਰੋਜ਼ ਕਾਹਦੇ ਲਈ ਹੁੰਦਾ, ਇਹ ਇਰਾਨੀ ਲੋਕ ਜਾਂ ਜਿਹੜੇ ਪਰਸ਼ੀਅਨ ਨੇ ਤਾਂ ਉਹਨਾਂ ਦਾ ਇਹ ਹੈਪੀ ਨਿਊ ਈਅਰ ਹੁੰਦਾ। ਔਰ ਇਹਦੀ ਖਾਸੀਅਤ ਇਹ ਆ ਵੀ ਇੰਡੀਆ ਦੇ ਯੂਨੈਸਕੋ ਦੀ ਬਾਰੇ ਆਪਾਂ ਗੱਲ ਕਰੀ ਹੋਈ ਆ ਬੱਚੇ ਪਹਿਲਾਂ ਬਹੁਤ ਵਾਰੀ। ਯੂਨੈਸਕੋ ਦੇ ਵਿੱਚ ਜੇ ਵਰਲਡ ਹੈਰੀਟੇਜ ਸਾਈਟ ਆਉਂਦੀ ਆ ਤਾਂ ਉਹਦੀ ਇੱਕ ਲਿਸਟ ਹੋਰ ਵੀ ਆਉਂਦੀ ਆ, ਠੀਕ ਆ। ਯੂਨੈਸਕੋ ਦੀ ਇੱਕ ਲਿਸਟ ਹੋਰ ਆਉਂਦੀ ਆ ਜਿਹਨੂੰ ਕਿਹਾ ਜਾਂਦਾ ਇੰਟੈਂਜੀਬਲ ਕਲਚਰਲ ਹੈਰੀਟੇਜ ਲਿਸਟ। ਤਾਂ ਇਹ ਇੰਡੀਆ ਦੇ ਵਿੱਚ ਪਹਿਲਾਂ 13 ਸੀਗੇ ਅਤੇ 13 ਦੇ ਵਿੱਚ ਇਹ ਸ਼ਾਮਲ ਸੀ, ਠੀਕ ਆ। ਤਾਂ ਹੁਣ ਸ਼ਾਮਲ ਹੋਈ ਆ ਜਿਹੜੀ ਕਿ ਦੁਰਗਾ ਪੂਜਾ ਕਿੱਥੇ ਹੁੰਦੀ ਆ, ਕੋਲਕਾਤਾ ਦੇ ਵਿੱਚ ਹੁੰਦੀ ਆ। ਤਾਂ ਇਹ ਜਦੋਂ ਨਵਰਾਤੇ ਚੱਲਦੇ ਨੇ ਮਾਤਾ ਦੇ ਤਾਂ 5ਵੇਂ ਨਰਾਤੇ ਦੀ ਰਾਤ ਤੋਂ ਸ਼ੁਰੂ ਹੁੰਦੀ ਆ, 5ਵੇਂ ਨਰਾਤੇ ਦੀ ਰਾਤ ਤੋਂ ਸ਼ੁਰੂ ਹੁੰਦੀ ਆ, 10ਵੇਂ ਨਰਾਤੇ ਯਾਨੀ ਕਿ ਦਿਨ 10ਵੀਂ ਤੱਕ ਇਹ ਪੂਜਾ ਜਿਹੜੀ ਚੱਲਦੀ ਆ, ਠੀਕ ਆ। ਤਾਂ ਇਹ ਦਿਨ ਦੇਵੀ ਦੀ ਪੂਜਾ ਕਰਦੇ ਸਾਰੇ ਦਿਨ। ਤਾਂ ਇਹ ਜਿਹੜਾ ਇਹ ਵਾਲਾ ਚੱਲਦਾ ਆਪਣੇ ਦੁਰਗਾ ਪੂਜਾ ਚੱਲਦੀ ਆ ਕੋਲਕਾਤਾ ਦੇ ਵਿੱਚ। ਤਾਂ ਇਹਨੂੰ ਹੁਣ 14ਵੇਂ ਨੰਬਰ ਦਾ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਇੰਟੈਂਜੀਬਲ ਕਲਚਰਲ ਹੈਰੀਟੇਜ ਲਿਸਟ। ਤਾਂ ਪਹਿਲਾਂ ਇਹਦੇ 'ਚ 13 ਸੀ, 13 ਦੇ ਵਿੱਚ ਜਿਹੜਾ ਨਵਰੋਜ਼ ਸੀਗਾ ਇਹ ਵੀ ਆ ਅਤੇ ਯੋਗਾ ਵੀ ਆ। ਉਹ ਚਲੋ ਤੁਹਾਨੂੰ ਅੱਗੇ ਬੱਚੇ ਫੈਕਟ ਦੱਸੂਗਾ ਉਹਦੇ ਬਾਰੇ, ਠੀਕ ਆ, ਕੀ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਐਕਸਰਸਾਈਜ਼ ਦੀ, ਠੀਕ ਆ। ਹੁਣ ਆਪਾਂ ਗੱਲ ਕਰਾਂਗੇ ਐਕਸਰਸਾਈਜ਼ ਦੀ। ਤਾਂ ਹੁਣ ਐਕਸਰਸਾਈਜ਼ ਜਿਹੜਾ ਕਿ ਆਰਮੀ ਟੂ ਆਰਮੀ ਹੁੰਦੀ ਆ, ਨੇਵੀ ਟੂ ਨੇਵੀ ਹੁੰਦੀ ਆ ਨਾ, ਐਵੇਂ। ਤਾਂ ਇੱਕ ਐਕਸਰਸਾਈਜ਼ ਹੋਈ, ਵੈਸੇ ਤਾਂ ਬੱਚੇ ਕੈਪੀਟਲ ਲੈਟਰ ਨੇ, ਹੁਣ ਮੈਂ ਤਾਂ ਚਲੋ ਲਿਖਤੇ, ਲੈਮਿਤੀਆ ਨਾਮ ਕਰਕੇ ਇੱਕ ਐਕਸਰਸਾਈਜ਼ ਹੋਈ ਸੀ 2022 ਦੇ ਵਿੱਚ ਹੀ। ਇਹ ਤਾਂ ਮਤਲਬ 2022 ਦਾ ਹੀ ਕਰੰਟ ਆ। ਤਾਂ ਇਹ ਕਿਹਦੇ ਨਾਲ ਹੋਈ ਸੀ, ਆਪਾਂ ਬਸ ਇਹ ਧਿਆਨ 'ਚ ਰੱਖਣਾ, ਇਹ ਹੋਈ ਸੀ ਸੇਚਲ ਨਾਲ, ਠੀਕ ਆ। ਸੇਚਲ ਦੀ ਜਿਹੜੀ ਉੱਥੋਂ ਦੀ ਹੈਗੀ ਸੀ ਡਿਫੈਂਸ ਫੋਰਸ, ਡਿਫੈਂਸ ਫੋਰਸ ਦੇ ਨਾਲ ਇਹ ਹੋਈ ਆ, 9ਵਾਂ ਐਡੀਸ਼ਨ ਸੀਗਾ। ਇਹ ਤੋਂ ਬਾਅਦ ਹੁਣ ਆਪਾਂ 2-4 ਦੀ ਹੋਰ ਗੱਲ ਕਰ ਲੈਂਦੇ ਹਾਂ। ਜਿਵੇਂ ਇੱਕ ਹੈਗੀ ਆਪਣੀ ਧਰਮ ਗਾਰਡੀਅਨ। ਤਾਂ ਇਹ ਬੱਚੇ ਕਿਹਦੇ ਨਾਲ ਹੁੰਦੀ ਆ, ਇਹ ਹੈਗੀ ਆ ਇੰਡੀਆ ਦੀ, ਕਿਹਦੇ ਨਾਲ ਆ, ਇਹ ਜਾਪਾਨ ਦੇ ਨਾਲ, ਇੰਡੀਆ ਜਾਪਾਨ ਦੇ ਨਾਲ। ਇਹ ਹੋਈ ਸੀ ਮਾਰਚ 'ਚ ਹੋਈ ਸੀ, ਯਾਨੀ ਕਿ ਇਹ ਆਹ ਵਾਲੀ ਕਿੱਥੇ ਹੋਈ ਸੀ, ਬੇਲਗਾਮ। ਤਾਂ ਆਹ ਇੱਕ ਤੁਸੀਂ ਇਹ ਵਾਲੀ ਯਾਦ ਰੱਖਣੀ ਆ, ਜਾਪਾਨ ਵਾਲੀ ਹੋ ਗਈ। ਇਸ ਤੋਂ ਬਾਅਦ ਇੱਕ ਆਪਾਂ ਹੋਰ ਯਾਦ ਰੱਖਣੀ ਆ ਬੱਚੇ, ਸਲਾਈਨੈਕਸ। ਹੁਣ ਇਹਦੇ ਤਾਂ ਨਾਮ 'ਚ ਹੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਿਹਦੇ ਨਾਲ ਆ, ਇਹ ਸ੍ਰੀ
ਲੰਕਾ ਨਾਲ। ਬਟ ਇਹਦੇ ਫੈਕਟ ਕੀ ਆ ਵੀ ਇਹ ਸ੍ਰੀਲੰਕਾ ਦੇ ਨਾਲ ਤਾਂ ਹੈਗੀ ਆ, ਬਟ ਇਹ ਨਵਾਲਵੇਜ਼ ਆ, ਇੰਡੀਆ ਦੇ ਵੱਲੋਂ ਨਵਾਲ ਸਿਸਟਮ ਆ ਜਿਹੜਾ ਉਹ ਕਰਦਾ। ਹੁਣ ਇਹ ਤਾਂ ਹੋ ਗਈ ਚਲੋ ਇਹਦੀ ਰਹੀ, ਤਾਂ ਕੀ ਆਪਣੀ ਸ੍ਰੀਲੰਕਾ ਦੇ ਨਾਲ ਹੋਰ ਵੀ ਹੈਗੀ ਆ? ਯੈਸ, ਆਪਾਂ ਕਹਾਂਗੇ ਸ੍ਰੀਲੰਕਾ ਦੇ ਨਾਲ ਸਾਡੀ ਹੈਗੀ ਆ ਮਿੱਤਰ ਸ਼ਕਤੀ। ਦੇਖੋ ਬੱਚੇ ਹੋਰ ਵੀ ਐਕਸਰਸਾਈਜ਼ ਤਾਂ ਬਹੁਤ ਨੇ, ਸੂਰਿਆ ਕਿਰਨਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਕਰਵਾਇਆ ਵਾ, ਗਰੁੜਾ ਜਾਂ ਯੁੱਧ ਅਭਿਆਸ ਆ, ਤਾਂ ਉਹ ਆਪਾਂ ਕਦੇ ਇੱਕ ਵੀਡੀਓ ਦੇ ਵਿੱਚ ਫੇਰ ਕਰ ਲਾਂਗੇ ਉਹਨਾਂ ਨੂੰ ਸਾਰੀਆਂ ਨੂੰ, ਆਪਾਂ ਇੱਥੇ ਹੁਣ ਸਾਰੀਆਂ ਨਹੀਂ ਰੱਖਦੇ। ਤਾਂ ਜਿਹੜੀ ਮਿੱਤਰ ਸ਼ਕਤੀ ਆ, ਮਿੱਤਰ ਸ਼ਕਤੀ ਵੀ ਆਰਮੀ ਦੀ ਆਪਣੀ, ਉਹ ਸ੍ਰੀਲੰਕਾ ਦੇ ਨਾਲ ਆ। ਇੱਕ ਇਹਨਾਂ ਦੇ ਨਾਲ ਹੈਗੀ ਆ ਦੋਸਤੀ, ਆਹ ਦੋਸਤੀ ਵੀ ਨਿਊਜ਼ ਦੇ ਵਿੱਚ ਰਹੀ ਸੀ ਹੁਣ, ਸੋ ਆਪਾਂ ਇਹਨੂੰ ਡਿਸਕਸ ਕਰ ਰਹੇ ਹਾਂ। ਜਿਹੜੀ ਇਹ ਦੋਸਤੀ ਐਕਸਰਸਾਈਜ਼ ਸੀ ਇਹ ਵੀ ਰਹੀ ਸੀ, ਔਰ ਇਹ ਜਿਹੜੀ ਦੋਸਤੀ ਆ ਨਾ ਇਹ ਟਰਾਈਲੇਟਰਲ ਆ। ਬਾਈਲੇਟਰਲ ਤਾਂ ਹੁੰਦੀ ਆ ਜਿਹੜੀ ਦੋ ਦੇ ਵਿਚਾਲੇ ਹੁੰਦੀ ਆ, ਬਟ ਇਹ ਵਾਲੀ ਹੈਗੀ ਆਪਣੀ ਟਰਾਈਲੇਟਰਲ, ਜਾਣੀ ਕਿ 3 ਨੇ। ਤਾਂ ਹੁਣ 3 ਕਿਹੜੇ ਕਿਹੜੇ ਨੇ ਉਹਦੇ ਬਾਰੇ ਮਾੜਾ ਜਿਹਾ ਦੇਖ ਲਓ। ਅਤੇ ਇਸ ਤੋਂ ਇੱਧਰੋਂ ਤਾਂ ਆਪਣਾ ਤਾਂ ਹੈਗਾ ਗਾ ਭਾਰਤ ਦੀ ਕੋਸਟ ਗਾਰਡ, ਇਹ ਆਪਣੇ ਇੰਡੀਆ ਵੱਲੋਂ ਨੇ। ਇਹ ਤੋਂ ਬਿਨਾਂ ਜਿਹੜੇ 'ਚ ਹੋਰ ਕੰਟਰੀ ਨੇ, ਮਾਲਦੀਵਸ ਪਲੱਸ ਸ੍ਰੀ ਲੰਕਾ, ਤਾਂ ਆਹ 3 ਦੇਸ਼ ਨੇ ਇਹਦੇ 'ਚ ਸ਼ਾਮਲ ਨੇ। ਸੋ ਇਹ ਹੈਗੀ ਆ ਦੋਸਤੀ, ਔਰ ਇਹ ਟਰਾਈਲੇਟਰਲ ਆ। ਤਾਂ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਊਗਾ। ਡਨ। ਇਹ ਤੋਂ ਬਾਅਦ ਬੱਚੇ ਆਪਾਂ ਇੱਕ ਜਿਹੜੀ ਹੋਰ ਆਊਗੀ ਤਾਂ ਉਹਨਾਂ ਦੇ ਵਿੱਚ ਜਦੋਂ ਕਰਾਂਗੇ ਤਾਂ 2-3 ਐਕਸਰਸਾਈਜ਼ਾਂ ਜਿਹੜੀਆਂ ਉਹਦੀਆਂ ਹੋਣਗੀਆਂ, ਆਪਾਂ ਉਹਨਾਂ ਨੂੰ ਵੀ ਕਰ ਲਾਂਗੇ, ਠੀਕ ਆ। ਚਲੋ, ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਵੂਮਨ ਦੇ ਬਾਰੇ। ਇਹਨਾਂ ਦੇ ਬਾਰੇ ਕੁਛ ਰਿਫੋਰਮ ਹੋਏ ਨੇ ਜਾਂ ਜਿਹੜੇ ਵੀ ਡੇ ਇੰਪੋਰਟੈਂਟ ਸੀਗੇ। ਦੇਖੋ, ਇੰਟਰਨੈਸ਼ਨਲ ਵੂਮਨ ਡੇ, ਬੱਚੇ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਵੀ ਇੰਟਰਨੈਸ਼ਨਲ ਵੂਮਨ ਡੇ ਕਦੋਂ ਹੁੰਦਾ? 8 ਮਾਰਚ ਨੂੰ ਐਨੂਅਲੀ ਹੁੰਦਾ, ਹਰ ਸਾਲ ਹੁੰਦਾ 8 ਮਾਰਚ ਨੂੰ। ਤਾਂ ਔਰ ਇਹ ਦਿਨ ਦੇ ਉੱਤੇ ਦਿੱਤੇ ਜਾਂਦੇ ਨੇ ਨਾਰੀ ਸ਼ਕਤੀ ਪੁਰਸਕਾਰ। ਹੁਣ ਇੰਨੀ ਚੀਜ਼ ਕਲੀਅਰ ਆ। ਹੁਣ ਦੇਖੋ ਆਪਾਂ ਇਕੱਲੀ ਚੀਜ਼ ਦੇ ਵਿੱਚ ਨਹੀਂ ਜਾਣਾ, ਤਾਂ ਇਹਨੂੰ ਪ੍ਰੋਵਾਈਡ ਕਿਹਦੇ ਦੁਆਰਾ ਕੀਤੇ ਜਾਂਦੇ ਆ? ਬਾਏ ਪ੍ਰੈਜ਼ੀਡੈਂਟ। ਪਰ ਅਨਾਊਂਸ ਆ ਜਿਹੜੇ ਉਹ ਕੀਤੇ ਜਾਂਦੇ ਨੇ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ, ਠੀਕ ਆ, ਡਿਵੈਲਪਮੈਂਟ। ਤਾਂ ਇਹਨਾਂ ਦੇ ਦੁਆਰਾ ਨੈਸ਼ਨਲ ਲੈਵਲ 'ਤੇ ਇਹ ਚੀਜ਼ ਆ ਜਿਹੜੀ ਉਹ ਅਨਾਊਂਸ ਕੀਤੀ ਜਾਂਦੀ ਆ। ਤਾਂ ਤੁਹਾਨੂੰ ਪਤਾ ਲੱਗ ਗਿਆ ਇੰਟਰਨੈਸ਼ਨਲ ਵੂਮਨ ਡੇ ਕਦੋਂ ਹੁੰਦਾ? 8 ਮਾਰਚ ਨੂੰ ਹਰ ਸਾਲ ਹੁੰਦਾ। ਨਾਰੀ ਸ਼ਕਤੀ ਅਵਾਰਡ ਆ ਜਿਹੜਾ ਸਨਮਾਨ ਆ ਉਹ ਦਿੱਤਾ ਜਾਂਦਾ ਇਹ ਵਾਲੇ ਦਿਨ। ਦਿੰਦੇ ਕੌਣ ਨੇ? ਰਾਸ਼ਟਰਪਤੀ ਜੀ ਦਿੰਦੇ ਆ। ਔਰ ਇਹ ਅਨਾਊਂਸ ਕਿਹਨਾਂ ਦੇ ਦੁਆਰਾ ਕੀਤੇ ਜਾਂਦੇ ਨੇਮ ਨੇ ਜਿਹੜੇ ਉਹ? ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ, ਇਹਨਾਂ ਦੇ ਦੁਆਰਾ ਕੀਤੇ ਜਾਂਦਾ। ਤਾਂ ਹੁਣ ਇਹ ਕਿਸ ਨੂੰ ਪ੍ਰੋਵਾਈਡ ਕੀਤਾ ਜਾਂਦਾ? ਕਿਹਨੂੰ ਦਿੱਤਾ ਜਾ ਸਕਦਾ? ਦੇਖੋ ਬੱਚੇ, ਇਹਦੇ ਲਈ ਕੋਈ ਇਹ ਨਹੀਂ ਹੈਗਾ ਵੀ ਕਿਸੇ ਵੂਮਨ ਨੂੰ ਹੀ ਦਿੱਤਾ ਜਾਊਗਾ, ਚਾਹੇ ਤਾਂ ਉਹ ਕੋਈ ਇੰਡੀਵਿਜੂਅਲ ਮਤਲਬ ਵੂਮਨ ਨੇ, ਜਾਂ ਫਿਰ ਕੋਈ ਔਰਗਨਾਈਜੇਸ਼ਨ ਉਹਨੂੰ ਵੀ ਦਿੱਤਾ ਜਾ ਸਕਦਾ, ਚਾਹੇ ਕੋਈ ਇੰਸਟੀਟਿਊਟ ਆ ਇਹਨੂੰ ਵੀ ਦਿੱਤਾ ਜਾ ਸਕਦਾ। ਤਿੰਨਾਂ ਦੇ ਵਿੱਚੋਂ ਕੋਈ ਵੀ ਹੋਵੇ ਤਾਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਦਾ। ਪਰ ਇਹਦੇ 'ਚ ਇੱਕ ਕੰਡੀਸ਼ਨ ਆ। ਚਲੋ ਹੁਣ ਆਪਾਂ ਇਹਦੇ ਕੁਝ ਕੁ ਫੈਕਟ ਨੇ ਜਿਹੜੇ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਜਿਹੜੇ ਇੰਪੋਰਟੈਂਟ ਆ। ਜੇ ਆਪਾਂ ਗੱਲ ਕਰੀਏ ਵੀ ਇਹ ਇਸਟੈਬਲਿਸ਼ ਜਾਂ ਸ਼ੁਰੂ ਕਦੋਂ ਕੀਤਾ ਗਿਆ ਸੀ, ਇਹ ਸ਼ੁਰੂ ਹੋਇਆ ਸੀ 1999 ਦੇ ਵਿੱਚ। ਜੇ ਗੱਲ ਕਰੀਏ ਇਹਦੇ 'ਚ ਕੈਸ਼ ਕਿੰਨਾ ਦਿੱਤਾ ਜਾਂਦਾ? 1 ਲੱਖ ਰੁਪਈਆ ਪਲੱਸ ਸਰਟੀਫਿਕੇਟ ਦਿੱਤਾ ਜਾਂਦਾ। ਤਾਂ ਹੁਣ ਇਹਦੀਆਂ ਕੁਛ ਕੁ ਕੰਡੀਸ਼ਨਸ ਨੇ ਜਿਹੜੀਆਂ ਕਿ ਆਪਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ, ਫਿਰ ਇਹਦੇ 'ਚ ਕਿਸੇ ਨੂੰ ਸ਼ਾਮਲ ਕੀਤਾ ਜਾਂਦਾ। ਦੇਖੋ, ਜੇ ਤਾਂ ਕਿਸੇ ਨੂੰ ਇੰਡੀਵਿਜੂਅਲ ਜਾਂ ਫਿਰ ਵੂਮਨ ਨੂੰ ਦਿੱਤਾ ਜਾ ਰਿਹਾ ਤਾਂ ਉਹਦੀ ਉਮਰ ਆ ਜਿਹੜੀ 25 ਸਾਲ ਤੋਂ ਘੱਟ 25 ਸਾਲ ਤੋਂ ਘੱਟ ਹੋਣੀ ਚਾਹੀਦੀ ਆ, ਠੀਕ ਆ। ਤਾਂ ਉਮਰ ਆ ਜਿਹੜੀ ਉਹ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਠੀਕ ਆ। ਤਾਂ ਬੱਚੇ ਆਹ ਫੈਕਟ ਇੱਕ ਤੁਸੀਂ ਯਾਦ ਰੱਖਣਾ। ਬਾਕੀ ਦੂਸਰਾ, ਜੇ ਕੋਈ ਸੰਸਥਾ ਹੈਗੀ ਜਾਂ ਕੋਈ ਔਰਗਨਾਈਜੇਸ਼ਨ ਆ, ਉਹਨਾਂ ਦਾ 5 ਸਾਲ ਦਾ ਘੱਟੋ ਘੱਟ ਆਪਣਾ ਰੈਲੇਵੈਂਟ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ। ਬਾਕੀ ਜਿਹੜੇ ਹੁਣੇ ਦਿੱਤੇ ਜਾਣੇ 2020 ਅਤੇ 21 ਦੇ ਨੇ ਇਕੱਠੇ, ਤਾਂ ਇਹਨਾਂ ਦੇ ਵਿੱਚ 29 ਜਣਿਆਂ ਨੂੰ ਇਹ ਜਿਹੜਾ ਤਾਂ ਇਹ ਖਬਰਾਂ 'ਚ ਸੀ ਵੈਸੇ। ਸੋ ਦੈਟਸ ਵਾਈ ਆਪਾਂ ਇੱਥੇ ਨੂੰ ਤੁਹਾਡੇ ਨਾਲ ਡਿਸਕਸ ਕੀਤਾ, ਤੁਹਾਨੂੰ ਇਹਦੇ ਫੈਕਟ ਬਿਲਕੁਲ ਹੁਣ ਕਲੀਅਰ ਹੋਣਗੇ। ਹੁਣ ਦੇਖੋ, ਜੇ ਵੂਮਨ ਦੀ ਗੱਲ ਆਈ ਤਾਂ ਇਹਨਾਂ ਦੇ ਨਾਲ ਹੀ ਆਪਾਂ ਇੱਕ ਹੋਰ ਸਕੀਮ ਦੀ ਗੱਲ ਕਰਦੇ ਹਾਂ, ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ। ਤੁਸੀਂ ਸਭ ਨੇ ਸੁਣਿਆ ਹੀ ਹੋਊਗਾ, ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ, ਠੀਕ ਆ। ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ। ਤਾਂ ਇਹ ਸ਼ੁਰੂ ਕਦੋਂ ਕੀਤੀ ਸੀ? ਜਨਵਰੀ 2015 ਦੇ ਵਿੱਚ ਇਹ ਵਾਲੀ ਸਕੀਮ ਸੀ ਜਿਹੜੀ ਸਟਾਰਟ ਕੀਤੀ ਗਈ ਸੀ। ਤਾਂ ਇਹਦੇ 'ਚ ਕਹਿੰਦੇ ਜਿਹੜੇ ਅਬੋਰਸ਼ਨ ਹੁੰਦੇ ਆ ਵੀ ਮਤਲਬ ਕਿ ਕੁੜੀ ਨੂੰ ਦੇਖ ਕੇ ਕਰਵਾ ਦਿੰਦੇ ਆ, ਤਾਂ ਉਹ ਘੱਟ ਕਰਨੇ ਆ। ਬਾਕੀ ਜਿਹੜਾ ਚਾਈਲਡ ਸੈਕਸ ਰੇਸ਼ੋ ਆ ਇਹਨੂੰ ਵੀ ਘੱਟ ਕਰਨਾ। ਅਤੇ ਜੇ ਆਪਾਂ 2011 ਦੇ ਅਕੋਰਡਿੰਗਲੀ ਦੇਖੀਏ ਦੈਨ 918 ਕੁੜੀਆਂ ਨੇ 1000 ਮੁੰਡੇ ਪਿੱਛੇ, ਠੀਕ ਆ। ਤਾਂ ਇੰਨਾ ਗੈਪ ਚੱਲਦਾ, ਇਹਨੂੰ ਤੁਸੀਂ ਮਾਈਨਸ ਕਰਕੇ ਦੇਖ ਲਓ ਬੱਚੇ ਕਿੰਨਾ ਆ ਰਿਹਾ, ਕਲੀਅਰ। ਤਾਂ ਇਹਨੂੰ ਕਰਨਾ ਸੀਗਾ। ਬਾਕੀ ਇਹ ਜਿਹੜਾ ਸ਼ੁਰੂ ਕੀਤਾ ਗਿਆ ਸੀ ਇਹਦੇ 'ਚ 3 ਮਿਨਿਸਟਰੀਆਂ ਨੇ, ਠੀਕ ਆ। ਇਹਨੂੰ ਸ਼ੁਰੂ ਕਰਨ ਦੇ ਲਈ 3
ਮਿਨਿਸਟਰੀਜ਼ ਨੇ ਕਿਹੜੀਆਂ ਨੇ, ਇੱਕ ਤਾਂ ਹੈਗੀ ਆ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਠੀਕ ਆ। ਇਸ ਤੋਂ ਬਾਅਦ ਮਿਨਿਸਟਰੀ ਆਫ ਹਿਊਮਨ ਰਿਸੋਰਸ ਵਾਲੀ, ਐਂਡ ਇੱਕ ਹੈਗੀ ਆਪਣੀ ਮਿਨਿਸਟਰੀ ਆਫ ਹੈਲਥ, ਜਿਹੜੀ ਆਪਣੀ ਮਤਲਬ ਕਿ ਹੈਲਥ ਵਾਲੀ ਹੈ, ਠੀਕ ਆ। ਤਾਂ ਇਹ ਜਿਹੜੀਆਂ 3 ਮਿਨਿਸਟਰੀਜ਼ ਨੇ ਇਹਦੇ ਨਾਲ ਸਕੀਮ ਦੇ ਨਾਲ ਰਿਲੇਟਡ ਨੇ, ਤਾਂ ਇੱਕ ਵਾਲੀ ਇਹ ਸਕੀਮ ਕਰ ਲਿਓ ਤੁਸੀਂ। ਇਸ ਤੋਂ ਬਾਅਦ ਜੇ ਆਪਾਂ ਜੁਡੀਸ਼ਰੀ ਦੇ ਵਿੱਚ ਗੱਲ ਕਰੀਏ ਤਾਂ ਜੁਡੀਸ਼ਰੀ ਕਰਕੇ ਵੀ ਵੂਮਨ ਟੌਪਿਕ ਜਿਹੜਾ ਤਾਂ ਇਹ ਨਿਊਜ਼ ਦੇ ਵਿੱਚ ਬਹੁਤ ਰਿਹਾ ਸੀ। ਤਾਂ ਬੱਚੇ ਦੇਖੋ, ਇਹ ਵੈਸੇ ਮੈਂ ਤੁਹਾਨੂੰ ਕਰਵਾਇਆ ਹੀ ਹੋਇਆ ਪਹਿਲਾਂ। ਤਾਂ ਸੁਪਰੀਮ ਕੋਰਟ ਦਾ ਕੋਲੀਜੀਅਮ ਬਣਿਆ ਸੀਗਾ ਜਿਹੜਾ, ਉਹਨਾਂ ਨੇ 37 ਵੂਮਨ ਸੀਗੀਆਂ ਜਿਹੜੀਆਂ, ਉਹਨਾਂ ਦੇ ਨਾਮ ਕੀਤੇ ਸੀ ਵੀ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਅਪੋਇੰਟ ਕੀਤਾ ਜਾਵੇ, ਪਰ ਉਹਨਾਂ ਦੇ ਵਿੱਚੋਂ 17 ਹੀ ਨੇ ਜਿਹੜੇ ਹਾਈ ਕੋਰਟ ਦੇ ਵਿੱਚ ਵੂਮਨ ਨੂੰ ਅਪੋਇੰਟ ਕੀਤਾ ਗਿਆ, ਠੀਕ ਆ। ਤਾਂ ਇਹਨਾਂ ਨੂੰ ਅਪੋਇੰਟ ਕੀਤਾ ਗਿਆ। ਤਾਂ ਹੁਣ ਜੇ ਆਪਾਂ ਗੱਲ ਕਰੀਏ ਤਾਂ 71 ਸਾਲਾਂ ਦੇ ਰਿਕਾਰਡ ਦੇ ਵਿੱਚ ਹਜੇ ਤੱਕ 11 ਵੂਮਨ ਨੇ ਜਿਹੜੀਆਂ 71 ਈਅਰ ਦੀ ਗੱਲ ਕਰ ਰਹੇ ਹਾਂ ਬੱਚੇ, ਤਾਂ ਤੁਸੀਂ ਹਿਸਾਬ ਕਿਤਾਬ ਪਿੱਛੇ ਲਾ ਕੇ ਦੇਖ ਲਿਓ। ਤਾਂ ਇਹਦੇ ਵਿੱਚ 11 ਵੂਮਨ ਨੇ ਜਿਹੜੀਆਂ ਉਹ ਜੱਜ ਬਣੀਆਂ ਨੇ ਸੁਪਰੀਮ ਕੋਰਟ ਦੇ ਵਿੱਚ। ਇਹ ਮੈਂ ਤੁਹਾਨੂੰ ਜੁਡੀਸ਼ਰੀ ਵਾਲੇ ਟੌਪਿਕ ਦੇ ਵਿੱਚ ਬਖੂਬੀ ਬੜਾ ਬਰੀਕੀ ਦੇ ਨਾਲ ਕਰਵਾਇਆ ਹੋਇਆ ਬੱਚੇ। ਇਹਦੇ 'ਚ ਫਾਤਮਾ ਬੀਬੀ ਆ ਫੈਕਟ ਆ ਸਿੱਧਾ ਤਾਂ ਇਹ ਫਸਟ ਸੀਗੀ ਜਿਹੜੇ ਬਣੇ ਸੀਗੇ, ਠੀਕ ਆ। ਤਾਂ ਹੁਣ ਆਪਣੇ ਹਾਈ ਕੋਰਟ ਕਿੰਨੇ ਨੇ ਇੰਡੀਆ ਦੇ ਵਿੱਚ? 25 ਆਪਣੇ ਹਾਈ ਕੋਰਟ ਨੇ, ਔਰ ਇਹਨਾਂ ਦੇ ਵਿੱਚੋਂ 81 ਵੂਮਨ ਨੇ ਜਿਹੜੀਆਂ ਉਹ ਹੈਗੀਆਂ ਨੇ ਵੂਮਨ ਜੱਜ ਨੇ। ਜੇ ਟੋਟਲ ਦੀ ਗੱਲ ਕਰੀਏ, ਟੋਟਲ 677 ਜੱਜ ਨੇ। ਤਾਂ ਹੁਣ 677 ਪਿੱਛੇ 81 ਜੱਜ ਵੂਮਨ ਨੇ, ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਜੁਡੀਸ਼ਰੀ ਦੇ ਵਿੱਚ ਕਿੰਨੀਆਂ ਘੱਟ ਵੂਮਨ ਜੱਜ ਨੇ ਜਿਹੜੀਆਂ ਰਹੀਆਂ। ਬਾਕੀ ਹੁਣ ਆਪਾਂ ਜੇ ਗੱਲ ਕਰੀਏ ਵੀ ਕੋਈ ਉਹਦੇ 'ਚ ਜੱਜ ਬਣਦੇ ਆ, ਤਾਂ ਲਾਇਰ ਆ ਜਿਹੜਾ ਉਹਨੂੰ ਕੋਈ 7 ਸਾਲ ਦਾ ਆਪਣਾ ਜਿਹੜਾ ਲੀਗਲ ਪ੍ਰੈਕਟਿਸ ਆ ਉਹ ਜ਼ਰੂਰੀ ਹੁੰਦੀ ਆ, ਔਰ ਏਜ ਆ 35 ਤੋਂ 45 ਸਾਲ ਹੋਣੀ ਚਾਹੀਦੀ ਆ। ਪਰ ਇਹਨੂੰ ਆਪਣਾ ਵੂਮਨ ਨੂੰ ਲੈ ਕੇ ਜਾਂ ਫੀਮੇਲ ਨੂੰ ਲੈ ਕੇ ਕੰਡੀਸ਼ਨ ਕੀ ਆ ਜਾਂਦੀ ਆ, ਪ੍ਰੋਬਲਮ ਕੀ ਆ ਜਾਂਦੀ ਆ, ਉੱਥੇ ਪ੍ਰੋਬਲਮ ਇਹ ਵਾਲੀ ਸਾਹਮਣੇ ਆ ਜਾਂਦੀ ਆ ਬੱਚੇ, ਕਿਉਂਕਿ ਇੱਕ ਤਾਂ 35 ਸਾਲ ਤੱਕ ਉਹਨਾਂ ਨੂੰ ਅਨਮੈਰਿਡ ਨਹੀਂ ਰੱਖਿਆ ਜਾਂਦਾ, ਉਹਨਾਂ ਦੀ ਮੈਰਿਜ ਹੋ ਜਾਂਦੀ ਆ, ਔਰ ਇਸ ਤੋਂ ਬਾਅਦ ਬੇਬੀਜ਼ ਕਰਕੇ ਜਾਂ ਫਿਰ ਉਹਨਾਂ ਦੇ ਕੋਈ ਘਰ ਦੀ ਹਾਲਾਤਾਂ ਕਰਕੇ ਉਹ ਮਤਲਬ ਕਿ ਲੀਗਲ ਪ੍ਰੈਕਟਿਸ ਆ ਜਿਹੜੀ ਉਹ ਪ੍ਰੋਪਰ ਨਹੀਂ ਰੱਖ ਪਾਉਂਦੇ। ਤਾਂ ਕਰਕੇ ਫਿਰ ਇਹ ਚੀਜ਼ ਆ ਜਿਹੜੀ ਉੱਥੇ ਕਿਤੇ ਨਾ ਕਿਤੇ ਜਾ ਕੇ ਗਲਤ ਹੋ ਜਾਂਦੀ ਆ। ਹੁਣ ਦੇਖੋ, ਇਸ ਤੋਂ ਬਾਅਦ ਆਪਾਂ ਜਿਵੇਂ ਕਿਹਾ ਸੀ ਵੀ ਆਪਾਂ ਪੋਲਿਟੀ ਦਾ ਵੀ ਨਾਲ ਹੀ ਨਾਲ ਕਰਿਆ ਕਰਨਾ। ਹੁਣ ਜਿਹੜੇ ਆਰਟੀਕਲ ਇਨ ਨਿਊਜ਼ ਦੇ ਵਿੱਚ ਰਹੇ ਸੀ, ਠੀਕ ਆ, ਆਰਟੀਕਲ ਇਨ ਨਿਊਜ਼ ਆਪਣੇ ਕੌਂਸਟੀਟਿਊਸ਼ਨ ਦੇ ਜਿਹੜੇ ਆਰਟੀਕਲ ਰਹੇ ਸੀ, 176 ਦਾ ਸਬ ਕਲੌਜ਼ 1, ਠੀਕ ਆ। ਇਹ ਕਹਿੰਦਾ ਕਿ ਗਵਰਨਰ ਆ ਕਿਸੇ ਵੀ ਸਟੇਟ ਦਾ, ਇਹ ਗਵਰਨਰ ਐਡਰੈਸ ਕਰੂਗਾ ਜਦੋਂ ਵੀ ਫਸਟ ਸੈਸ਼ਨ ਹੋਊਗਾ, ਜਿਹੜੀਆਂ ਜਨਰਲ ਅਸੈਂਬਲੀ ਦੀਆਂ ਇਲੈਕਸ਼ਨ ਹੁੰਦੇ ਆ ਉਹਨਾਂ ਤੋਂ ਬਾਅਦ, ਠੀਕ ਆ। ਫਸਟ ਸੈਸ਼ਨ ਹੋਊਗਾ ਤਾਂ ਉਦੋਂ ਇਹ ਜਨਰਲ ਵੋਟਾਂ ਤੋਂ ਬਾਅਦ ਅਸੈਂਬਲੀ ਦੀਆਂ ਹੁੰਦੀਆਂ ਜਿਹੜੀਆਂ, ਫਸਟ ਸੈਸ਼ਨ ਹੋਊਗਾ, ਦੋਨੇ ਹਾਊਸ ਨੂੰ ਇਕੱਠਿਆਂ ਕਰਕੇ ਇਹ ਵਾਲਾ ਕੀਤਾ ਜਾਂਦਾ ਜਿਹੜਾ, ਔਰ ਹਰ ਸਾਲ ਦਾ ਫਸਟ ਸੈਸ਼ਨ ਵੀ ਇਸ ਦੇ ਦੁਆਰਾ ਕੀਤਾ ਜਾਂਦਾ। ਤਾਂ ਹੁਣ ਇਹ ਨਿਊਜ਼ ਦੇ ਵਿੱਚ ਆਇਆ ਸੀ ਵੈਸਟ ਬੰਗਾਲ ਅਤੇ ਤੇਲੰਗਾਨਾ ਦੇ ਵਿੱਚ ਇਹਨਾਂ ਮਤਲਬ ਕਿ ਐਵੇਂ ਨਹੀਂ ਹੋਇਆ ਸੀਗਾ, ਤਾਂ ਕਰਕੇ ਇਹ ਨਿਊਜ਼ 'ਚ ਸੀ। ਤਾਂ ਆਪਾਂ ਇੱਥੋਂ ਨੂੰ ਸਿਰਫ ਆਰਟੀਕਲ ਤੱਕ ਮਤਲਬ ਸੀ, ਆਰਟੀਕਲ 176 ਆਪਣਾ 176 ਦਾ ਸਬ ਕਲੌਜ਼ 1 ਕੀ ਕਹਿੰਦਾ ਬੱਚੇ, ਕਲੀਅਰ ਹੋ ਗਿਆ ਹੋਊ। ਇਸ ਤੋਂ ਬਾਅਦ ਇੱਕ ਆਰਟੀਕਲ ਦੇਖੋ, ਆਰਟੀਕਲ ਨੰਬਰ 164। ਤਾਂ ਹੁਣ 164 ਕੀ ਕਹਿੰਦਾ ਵੀ ਇਹਦੇ 'ਚ ਕਹਿੰਦਾ ਕਾਊਂਸਲ ਆਫ ਮਿਨਿਸਟਰ ਹੋਊਗੀ, ਯਾਨੀ ਕਿ CM ਹੋਊਗਾ ਚੇਅਰਮੈਨ, ਔਰ ਉਹ ਗਵਰਨਰ ਦੀ ਸਹੂਲਤ ਦੇ ਲਈ ਹੁੰਦਾ। ਇਹਦੇ 'ਚ ਕੀ ਆ, ਕਾਊਂਸਲ ਆਫ ਮਿਨਿਸਟਰ ਹੋਊਗੀ ਆਪਣਾ ਕਿਹਦੀ ਸਲਾਹ ਦੇ ਲਈ? ਗਵਰਨਰ ਦੀ ਸਲਾਹ ਦੇ ਲਈ। ਡਨ। ਤਾਂ ਇਹ ਦੋ ਬੜੇ ਇੰਪੋਰਟੈਂਟ ਆਰਟੀਕਲ ਇਹ ਹੋ ਗਏ। ਇਸ ਤੋਂ ਬਾਅਦ ਇੱਕ ਆਰਟੀਕਲ 31D, ਤਾਂ ਬੱਚੇ ਦੇਖੋ ਇਹ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਆ ਗਿਆ। ਇਹਦੇ 'ਚ ਐਂਟੀ ਨੈਸ਼ਨਲ ਇਹ ਕਹਿੰਦੇ ਵੀ ਜੋੜਿਆ ਗਿਆ। ਹਾਂ, ਇਹਦੇ 'ਚ ਕੀ ਸੀ, ਐਂਟੀ ਨੈਸ਼ਨਲ ਵੀ ਜੋੜਿਆ ਗਿਆ। ਕਦੋਂ? 42ਵੀਂ ਅਮੈਂਡਮੈਂਟ ਹੋਈ ਸੀ ਜਦੋਂ ਐਮਰਜੈਂਸੀ ਦੇ ਵਿੱਚ 1976 ਦੇ ਵਿੱਚ, ਪਰ ਕਹਿੰਦੇ ਆ ਵੀ ਇਹਨੂੰ 43ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਨਾਲ 1977 ਦੇ ਵਿੱਚ, ਤਾਂ ਦੇਖੋ ਬੱਚੇ, ਤਾਂ ਮਤਲਬ ਇਹਦੇ ਨਾਲ ਇਹਨੂੰ ਕੱਢ ਵੀ ਦਿੱਤਾ ਗਿਆ ਸੀ, ਠੀਕ ਆ। ਤਾਂ ਇੱਕ ਇਹ ਵਾਲਾ ਆਰਟੀਕਲ ਨਿਊਜ਼ ਦੇ ਵਿੱਚ ਸੀ, ਸੋ ਆਪਾਂ ਇਹਨੂੰ ਡਿਸਕਸ ਕੀਤਾ। ਬਾਕੀ ਫੰਡਾਮੈਂਟਲ ਰਾਈਟਸ ਤੁਹਾਨੂੰ ਬਿਲਕੁਲ ਕਲੀਅਰ ਹੋਣਗੇ ਬੱਚੇ। ਇੱਕ ਆਰਟੀਕਲ 324, ਆਰਟੀਕਲ 324 ਸੀ, ਇਹਦੇ 'ਚ ਆਪਣਾ ਕੀ ਆ, ਸੈਂਟਰ ਦਾ ਇਲੈਕਸ਼ਨ ਕਮਿਸ਼ਨ ਆ ਜਿਹੜਾ, ਇਹਦੀ ਵੀ ਵੀਡੀਓ ਆਪਣੇ ਚੈਨਲ ਦੇ ਉੱਤੇ ਬੱਚੇ ਬਹੁਤ ਡੈਪਥ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਤੁਹਾਡੇ ਨਾਲ, ਠੀਕ ਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ,
ਤਾਂ ਇਹਦੇ 'ਚ ਪੂਰਾ ਪ੍ਰੋਸੈਸ ਇਹਨਾਂ ਦਾ ਕੀ ਹੁੰਦਾ, ਆਰਟੀਕਲ ਮੈਂ ਤੁਹਾਨੂੰ ਪੂਰੇ ਐਕਸਪਲੇਨ ਕੀਤੇ ਹੋਏ ਆ। ਆਰਟੀਕਲ 324 ਕਾਹਦੇ ਨਾਲ ਡੀਲ ਕਰਦਾ, ਇਹਨਾਂ ਦੇ ਨਾਲ ਡੀਲ ਕਰਦਾ। ਤੇ ਬਾਕੀ ਅੱਜ ਆਪਣੀ ਤਾਜ਼ੀ ਨਿਊਜ਼ ਆ ਜਿਹੜੀ ਬੱਚੇ, ਇੱਕ ਤੁਸੀਂ ਵੂਮਨ ਦਾ ਨਾਮ ਯਾਦ ਰੱਖਣਾ, ਪ੍ਰਿਯੰਕਾ। ਵੈਸੇ ਇਹ ਐਗਜ਼ਾਮ ਦੇ ਵਿੱਚ ਹੁਣ ਤਾਂ ਨਹੀਂ ਆ ਸਕਦਾ ਕੋਈ, ਅੱਗੇ ਅਪਕਮਿੰਗ ਐਗਜ਼ਾਮ ਹੋ ਸਕਦਾ, ਕਿਉਂਕਿ ਹੁਣ ਜਿਵੇਂ ਨਵੀਆਂ ਵੈਕੈਂਸੀ ਆ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਇਹੋ ਜਿਹੇ ਵਨ ਲਾਈਨਰ ਪੁੱਛੇ ਜਾ ਸਕਦੇ ਆ। ਪ੍ਰਿਯੰਕਾ ਮੋਹਿਤੇ, ਤਾਂ ਇਹ ਫਸਟ ਭਾਰਤੀ ਵੂਮਨ ਬਣੇ ਆ, ਫਸਟ ਭਾਰਤੀ ਵੂਮਨ ਬਣੇ ਨੇ, ਇੰਡੀਅਨ ਵੂਮਨ ਬਣੇ ਆ ਜਿਨ੍ਹਾਂ ਨੇ ਸਕੇਲ ਕੀਤਾ, ਸਕੇਲ 5 ਪੀਕਸ ਨੂੰ ਮਤਲਬ ਕਿ ਮਾਪਿਆ ਗਾ, ਜਿਹੜੀਆਂ 8000 ਮੀਟਰ ਤੋਂ ਉੱਚੀਆਂ ਨੇ। ਠੀਕ ਆ, ਤਾਂ ਔਰ ਇਹ ਹੈ ਕਿੱਥੇ ਨੇ, ਮਤਲਬ ਕਿੱਥੋਂ ਦੇ ਨੇ ਇਹ, 17 ਮਹਾਰਾਸ਼ਟਰ ਤੋਂ ਨੇ। ਤਾਂ ਇਹ ਵਾਲੇ ਬਣੇ ਆ। ਅਤੇ ਔਰ ਇਹਨਾਂ ਨੇ ਕੰਚਨਜੰਗਾ ਦੇ ਉੱਤੇ 5 ਮਈ 2022 ਨੂੰ ਜਾਣੀ ਕਿ ਕੱਲ੍ਹ ਪਰਸੋਂ ਹੀ ਇਹਦੇ 'ਤੇ ਫਤਿਹ ਕੀਤੀ ਆ। ਜੇ ਕੰਚਨਜੰਗਾ ਦੀ ਗੱਲ ਕਰੀਏ ਤਾਂ ਇਹ 3rd ਹਾਈਐਸਟ ਮਾਊਂਟੇਨ ਆ ਆਪਣੀ ਧਰਤੀ ਦੇ ਉੱਤੇ। ਠੀਕ ਆ, ਤਾਂ 8586 ਮੀਟਰ ਕੰਚਨਜੰਗਾ ਦੀ, 8500 ਆਪਣਾ 86 ਮੀਟਰ ਇਹਦੀ ਹਾਈਟ ਆ, ਅਤੇ ਇਹ ਵਿਸ਼ਵ ਦੀ 3rd ਹਾਈਐਸਟ ਪੀਕ ਆ। ਤਾਂ ਇਹਨੂੰ ਚੜ੍ਹਨ ਤੋਂ ਬਾਅਦ ਇਹ ਮਤਲਬ ਕਿ ਬਣ ਚੁੱਕੇ ਆ। ਔਰ ਜੇ ਹੁਣ ਆਪਾਂ ਇਹਨਾਂ ਦੀ ਗੱਲ ਕਰੀਏ, ਬਾਕੀ ਇਹਨਾਂ ਨੂੰ ਅਵਾਰਡ ਕਿਹੜੇ ਕਿਹੜੇ ਮਿਲ ਚੁੱਕੇ ਆ, ਤੈਨਜਿੰਗ ਨੋਰਗੇ ਐਡਵੈਂਚਰ ਅਵਾਰਡ 2020 ਮਿਲ ਚੁੱਕਿਆ ਇਹਨਾਂ ਨੂੰ। ਠੀਕ ਆ, ਬਸ ਇੱਕ ਇਹਦਾ ਇੰਨਾ ਗਾਹਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ ਬੱਚੇ, ਤੁਸੀਂ ਆਹ ਨਾਮ ਯਾਦ ਰੱਖ ਸਕਦੇ ਹੋ ਬਸ ਸਿੰਪਲ, ਅਤੇ ਇਹਨੇ ਨਾਲ ਆਪਣਾ ਇਹਦਾ ਕੰਮ ਵੀ ਚੱਲ ਜਾਣਾ। ਜੇ ਵੈਸੇ ਤੁਹਾਨੂੰ ਆਹ ਐਗਜ਼ਾਮ ਦੇ ਵਿੱਚ ਤਾਂ ਆ ਹੀ ਨਹੀਂ ਸਕਦਾ, ਕਿਉਂਕਿ ਇਹ ਤਾਂ ਬਿਲਕੁਲ ਅੱਜ ਕੱਲ੍ਹ ਦੀ ਤਰੀਕ ਦਾ ਆਪਣਾ ਕਰੰਟ ਆ। ਠੀਕ ਆ, ਚਲੋ ਇਹ ਤੋਂ ਬਿਨਾ ਆਪਣਾ ਇਹ ਵੀ ਹੋ ਗਿਆ। ਇਸ ਤੋਂ ਬਾਅਦ ਬੱਚੇ ਦੇਖੋ ਜਿਓਗ੍ਰਾਫੀ ਵੱਲ ਆਪਾਂ ਆਉਂਦੇ ਹਾਂ ਥੋੜ੍ਹਾ ਜਿਹਾ ਹੁਣ, ਕਿਉਂਕਿ ਆਪਾਂ ਕੰਚਨਜੰਗਾ ਸੀਡ ਹੀ ਲਿਆ, ਹੁਣ ਜਿਓਗ੍ਰਾਫੀ ਵੱਲ ਹੋ ਗਏ। ਦੈਨ ਹੁਣ ਆਪਾਂ ਥੋੜ੍ਹੇ ਜਿਹੇ ਫੈਕਟ ਆਪਾਂ ਜਿਓਗ੍ਰਾਫੀ ਦੇ ਕਰੰਟ ਵੀ ਨਾਲ ਦੀ ਨਾਲ ਆਪਾਂ ਕਵਰ ਕਰਨੇ ਆ। ਹੁਣ ਦੇਖੋ ਬੱਚੇ, ਤੁਹਾਨੂੰ ਮੈਂ ਪਾਕ ਸਟ੍ਰੇਟ ਸਮਝਾਵਾਂ, ਉਹਦੇ ਵਿੱਚ ਆਪਣੇ ਕੋਲ ਹੈ ਨਹੀਂ ਗਾ ਵੀ, ਮਤਲਬ ਤੁਹਾਨੂੰ ਮੈਂ ਕੀ ਸਮਝਾਵਾਂ। ਦੇਖੋ ਜਿਹੜੀਆਂ ਨਿਊਜ਼ ਦੇ ਵਿੱਚ ਰਹੀ, ਇੱਕ ਨਿਊਜ਼ ਦੇ ਵਿੱਚ ਆਈ ਸੀ ਕਮੇਂਗ ਨਦੀ। ਤਾਂ ਹੁਣ ਕਮੇਂਗ ਨਦੀ ਕਿੱਥੋਂ ਵਹਿੰਦੀ ਆ, ਕੀ ਗੱਲਬਾਤ ਹੈ, ਇਹਨਾਂ ਦੇ ਬਾਰੇ ਆਪਾਂ ਗੱਲ ਨਹੀਂ ਕਰਨੀ, ਬਸ ਇਹ ਹੈ ਕਿੱਥੇ ਆ, ਫਲੋ ਕਿੱਥੋਂ ਦੀ ਕਰਦੀ ਆ, ਅਰੁਣਾਚਲ 'ਚ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ। ਔਰ ਇਹ ਰਾਈਟ ਬੈਂਕ ਟ੍ਰਿਬਿਊਟਰੀ ਆ, ਰਾਈਟ ਟ੍ਰਿਬਿਊਟਰੀ ਹੁੰਦਾ ਜਿਹੜੀ ਕਿ ਜਾਣੀ ਕਿ ਸਹਾਇਕ ਨਦੀ ਹੁੰਦੀ ਆ ਬ੍ਰਹਮਪੁੱਤਰਾ ਦੀ। ਹੁਣ ਬ੍ਰਹਮਪੁੱਤਰਾ ਆਪਾਂ ਕੱਲ੍ਹ ਹੀ ਕਰਿਆ ਸੀ, ਜਿਹੜਾ ਬ੍ਰਹਮੋਸ ਮਿਜ਼ਾਈਲ ਵਾਲਾ ਸਿਸਟਮ ਆ, ਤਾਂ ਉਹਦੇ 'ਚ ਆ ਬ੍ਰਹਮ ਜਿਹੜਾ ਸ਼ਬਦ ਮੂਹਰੇ ਲੱਗਦਾ, ਇਹ ਬ੍ਰਹਮ ਆਪਣੇ ਇੰਡੀਆ ਦੀ ਬ੍ਰਹਮਪੁੱਤਰਾ ਨਦੀ ਤੋਂ ਹੀ ਲੱਗਦਾ। ਔਰ ਜਿਹੜਾ ਉਹਨਾਂ ਦੇ ਨਾਲ ਮਹੋਸ ਲੱਗਦਾ ਉਹ ਲਾਸਟ ਵਾਲਾ ਗਾ, ਉਹ ਉਹਨਾਂ ਦੇ ਰੂਸ ਬੇਸ ਰਿਵਰ ਆ ਜਿਹੜੀ, ਤਾਂ ਉਹਦੇ ਅਕੋਰਡਿੰਗਲੀ ਲੱਗਦਾ। ਇਹ ਵਾਲਾ ਨਿਊਜ਼ 'ਚ ਸੀਗਾ। ਅਤੇ ਇਸ ਤੋਂ ਬਾਅਦ ਦੇਖੋ ਬੱਚੇ, ਇੱਕ ਸੀਗਾ ਇੰਗਲਿਸ਼ ਚੈਨਲ। ਤਾਂ ਤੁਸੀਂ 10 ਡਿਗਰੀ ਚੈਨਲ ਕਮੈਂਟ ਕਰਕੇ ਦੱਸਣਾ ਬੱਚੇ, ਕਿਹੜੇ ਕਿਹੜੇ ਬੱਚੇ ਨੂੰ ਪਤਾ। ਜੇ ਨਹੀਂ ਵੀ ਪਤਾ ਦੈਨ ਤੁਸੀਂ ਇਹਨੂੰ ਗੂਗਲ ਕਰਿਓ ਜਾਂ ਕਿਤੋਂ ਵੀ ਪੜ੍ਹਿਓ, ਅਤੇ ਕਮੈਂਟ ਕਰਕੇ ਤੁਸੀਂ ਜਿਹੜਾ 10 ਡਿਗਰੀ ਚੈਨਲ ਆ ਨਾ, ਉਹਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ। ਓਕੇ, ਹੁਣ ਦੇਖੋ ਜਿਹੜਾ ਇੰਗਲਿਸ਼ ਚੈਨਲ ਆ, ਤਾਂ ਇਹ ਨਿਊਜ਼ ਦੇ ਵਿੱਚ ਰਿਹਾ, ਇਹ ਕਿੱਥੇ ਆ, ਅਟਲਾਂਟਿਕ 'ਚ ਆ, ਅਟਲਾਂਟਿਕ ਓਸ਼ੀਅਨ ਦੇ ਵਿੱਚ ਆ। ਔਰ ਇਹ ਕਿਹਨੂੰ ਕਿਹਨੂੰ ਸੈਪਰੇਟ ਕਰਦਾ, ਦੇਖੋ ਇਹਦੇ ਉੱਪਰ ਤਾਂ ਹੈਗੇ ਆ ਬ੍ਰਿਟੇਨ, ਔਰ ਸਾਊਥ 'ਚ ਹੈਗਾ ਫਰਾਂਸ। ਤਾਂ ਜਾਣੀ ਕਿ ਆਹ ਜੇ ਫਰਾਂਸ ਆ, ਆਹ ਬ੍ਰਿਟੇਨ ਆ, ਤਾਂ ਇਹਨਾਂ ਦੇ ਵਿਚਾਲੇ ਵਿਚਾਲੇ ਜਿੱਥੇ ਜਿਹੜਾ ਹੈਗਾ ਉਹਨੂੰ ਕਹਿੰਦੇ ਆ ਇੰਗਲਿਸ਼ ਚੈਨਲ ਕਹਿੰਦੇ ਆ। ਡਨ। ਤਾਂ ਇਹਨੂੰ ਬੱਚੇ ਬਸ ਤੁਸੀਂ ਇੱਕ ਇੰਗਲਿਸ਼ ਚੈਨਲ ਸੀਗਾ ਜਿਹੜਾ, ਇਹਨੂੰ ਯਾਦ ਰੱਖਣਾ ਵੀ ਇਹ ਕਿਹਦੇ ਨਾਲ ਡੀਲ ਕਰਦਾ, ਤੁਹਾਨੂੰ ਇੱਥੋਂ ਪਤਾ ਲੱਗ ਗਿਆ ਵੀ ਬਸ ਇੰਗਲਿਸ਼ ਚੈਨਲ ਬਾਰੇ ਜੇ ਸਾਨੂੰ ਫੈਕਟ ਆ ਗਿਆ, ਤਾਂ ਆਹ ਵਾਲਾ ਫੈਕਟ ਇਹਦਾ ਤਾਂ ਆਪਾਂ ਧਿਆਨ 'ਚ ਰੱਖਣਾ। ਇਸ ਤੋਂ ਬਾਅਦ ਆਪਾਂ ਗੱਲ ਕਰਨੀ ਆ ਬਾਲਟਿਕ ਸੀ ਦੀ। ਬਾਲਟਿਕ ਸੀ ਦੀ ਗੱਲ ਕਰੀਏ ਤਾਂ ਇਹ ਯੂਰਪ ਦੇ ਨਾਰਥ ਵਾਲੀ ਸਾਈਡ ਆ, ਮਤਲਬ ਕਿ ਜਿਵੇਂ ਕਹਿ ਲਓ ਤੁਸੀਂ ਯੂਰਪ ਦਾ ਮੈਪ ਰਸ਼ੀਆ ਦੇਖਿਆ, ਰਸ਼ੀਆ ਦੇ ਜਮਾ ਵੈਸਟ ਵਾਲੀ ਸਾਈਡ 'ਤੇ ਨਾਰਥ ਵੈਸਟ ਦੇ ਉੱਪਰ ਆ ਇਹ, ਤਾਂ ਉੱਥੇ ਹੀ ਆ ਗਿਆ ਇਹਦਾ। ਦੇਖੋ ਬੱਚੇ, ਹੁਣ ਬਾਲਟਿਕ ਸੀ ਦੀ ਗੱਲ ਕਰੀਏ, ਯੂਰਪ ਦੇ ਨਾਰਥ ਵਾਲੀ ਸਾਈਡ 'ਤੇ ਲੱਗਦਾ। ਇਹਦਾ ਬਾਰਡਰ ਕਿਹਦੇ ਕਿਹਦੇ ਨਾਲ ਲੱਗਦਾ, ਬਸ ਆ ਬਾਰਡਰ ਵਾਲੀਆਂ ਕੰਟਰੀਆਂ ਯਾਦ ਰੱਖ ਲਿਓ, ਕਿਉਂਕਿ ਤੁਹਾਨੂੰ ਇੱਕ ਅੱਧਾ ਕੁਐਸਚਨ ਐਵੇਂ ਦਾ ਜ਼ਰੂਰ ਆਊਗਾ। ਕੈਸਪੀਅਨ ਸੀ ਹੋ ਗਈ, ਠੀਕ ਆ, ਜਾਂ ਫਿਰ ਅਰਲ ਸਾਗਰ ਹੋ ਗਿਆ, ਜਾਂ ਫਿਰ ਇਹ ਹੋ ਗਿਆ ਤੁਹਾਡਾ ਰੈੱਡ ਸੀ, ਵਾਈਟ ਸੀ, ਜੈਲੋ ਸੀ। ਜੇ ਕਿੰਨੇ ਸੀ ਨੇ ਆਪਣੇ ਕੋਲ, ਬਾਲਟਿਕ ਸੀ ਆ, ਜਾਂ ਕਿਹੜੀ ਵੀ ਕੋਈ ਗਲਫ ਆ ਸਕਦੀ ਆ, ਉਹਦੇ 'ਚੋਂ ਤੁਹਾਨੂੰ 4 ਕੰਟਰੀਆਂ ਦੇ ਕੇ ਉਹਨਾਂ ਦੇ ਵਿੱਚੋਂ ਪੁੱਛਿਆ ਜਾ ਸਕਦਾ ਵੀ ਕਿਹੜੀ ਇਹਨੂੰ ਟੱਚ ਕਰਦੀ ਆ, ਕਿਹੜੀ ਨਹੀਂ ਕਰਦੀ ਬੱਚੇ। ਸੋ ਤਾਂ ਕਰਕੇ ਇੰਪੋਰਟੈਂਟ ਹੋ ਜਾਂਦਾ। ਇਹ ਨਹੀਂ ਹੈਗਾ ਵੀ ਅੱਜ ਹੀ ਤੁਹਾਨੂੰ ਮੈਂ ਇੱਕ ਵੀਡੀਓ ਦੇ ਵਿੱਚ ਸਾਰੀਆਂ ਸੀ ਕਰਾ ਦੂੰਗਾ, ਨਹੀਂ, ਆਪਾਂ ਬਾਲਟਿਕ ਸੀ ਕਰ ਰਹੇ ਹਾਂ। ਤਾਂ ਬਾਲਟਿਕ ਸੀ ਕਿੱਥੇ ਆ, ਤੁਹਾਨੂੰ ਪਤਾ ਲੱਗ ਗਿਆ ਵੀ ਯੂਰਪ ਦੇ ਵਿੱਚ ਜਮਾ ਉਹਦੇ ਵੈਸਟ ਵਾਲੀ ਸਾਈਡ 'ਤੇ ਨਾਰਥ ਦੇ ਵਿੱਚ ਉੱਥੇ ਪੈਂਦਾ। ਤਾਂ ਕਿਹੜੀਆਂ ਕਿਹੜੀਆਂ ਕੰਟਰੀਆਂ ਇਹਦੇ ਨਾਲ ਲੱਗਦੀਆਂ ਨੇ, ਉਹਨਾਂ ਦੇ ਨਾਮ ਤੁਸੀਂ ਇੱਕ ਵਾਰ ਯਾਦ ਰੱਖਿਓ। ਸਵੀਡਨ, ਫਿਨਲੈਂਡ, ਆਪਣਾ ਇਸ ਤੋਂ ਬਾਅਦ ਹੈਗਾ ਇੱਥੇ ਰਸ਼ੀਆ ਨਾਲ ਤਾਂ ਇਹ ਲੱਗਦਾ ਹੀ ਆ, ਠੀਕ ਆ। ਰਸ਼ੀਆ ਹੋ ਗਿਆ, ਫਿਨਲੈਂਡ ਹੋ ਗਿਆ, ਇਸਤੋਨੀਆ, ਲਾਤਵੀਆ,
ਲਿਥੁਆਨੀਆ, ਪੋਲੈਂਡ, ਜਰਮਨੀ, ਇੱਕ ਕੰਟਰੀ ਇਹਦੇ 'ਚ ਡੈਨਮਾਰਕ। ਤਾਂ ਆਹ ਬੱਚੇ ਬਾਲਟਿਕ ਸੀ ਦੇ ਨਾਲ ਬਾਰਡਰ ਜਿਹੜੀਆਂ ਕੰਟਰੀਆਂ ਦਾ ਲੱਗਦਾ ਗਾ ਉਹ ਬੜੀਆਂ ਕੰਟਰੀਆਂ ਨੇ ਬਾਲਟਿਕ ਸੀ ਨੂੰ, ਬਸ ਇੰਨਾ ਕੁ ਧਿਆਨ 'ਚ ਰੱਖਿਓ। ਇਸ ਤੋਂ ਬਾਅਦ ਗਲਫ ਆਫ ਏਡਨ। ਹੁਣ ਗਲਫ ਆਫ ਏਡਨ ਆ ਜਿਹੜੀ, ਇਹਨਾਂ ਨੂੰ ਵੀ ਆਪਾਂ ਯਾਦ ਰੱਖਣਾ। ਬੱਚੇ ਦੇਖੋ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਂ ਇੱਕ ਸਪੈਸ਼ਲ ਛੋਟੀ ਜਿਹੀ ਵੀਡੀਓ ਰੱਖਾਂਗੇ ਜਿਹਦੇ 'ਚ ਮੈਂ ਤੁਹਾਨੂੰ ਬੇਸਿਕ ਟਰਮਸ ਹੁੰਦੀਆਂ ਨੇ ਜੀਓਗ੍ਰਾਫੀ ਦੀਆਂ, ਜਿਵੇਂ ਕਿ ਉਹਦੇ 'ਚ ਆਪਣਾ ਪਲੈਟਿਓ ਕਿਹੋ ਜਿਹੇ ਹੁੰਦੇ ਆ, ਕਿਵੇਂ ਬਣਦੇ ਆ, ਜਾਂ ਫਿਰ ਵਲਕੈਨੋ ਦੇ ਸ਼ਬਦੀ ਅਰਥ ਕਿਵੇਂ ਦਾ ਬਣਿਆ, ਤਾਂ ਜਿਹੜੇ ਐਵੇਂ ਸ਼ਬਦ ਬਣੇ ਆ, ਜਾਂ ਫਿਰ ਗਲਫ ਕਿਹੜੀਆਂ ਇੰਪੋਰਟੈਂਟ ਗਲਫ ਨੇ, ਜਿਵੇਂ ਕਿ ਆ ਤਾਂ ਕਰੰਟ ਦੇ ਵਿੱਚ ਰਹੀਆਂ ਸੀ, ਮੈਂ ਤੁਹਾਨੂੰ ਉਹ ਵਾਲੀਆਂ ਕਰਾ ਰਿਹਾ ਜਿਹੜੀਆਂ ਕਰੰਟ ਦੇ ਵਿੱਚ ਹੁੰਦੀਆਂ ਜ਼ਿਆਦਾ ਚਾਂਸ ਉਹਨਾਂ ਦੇ ਆਉਣ ਦੇ ਹੁੰਦੇ ਆ। ਤਾਂ ਗਲਫ ਆਫ ਏਡਨ ਆ, ਤਾਂ ਇਹਦਾ ਇੱਕ ਹੋਰ ਨਾਮ ਵੀ ਆ, ਠੀਕ ਆ, ਨੋਨ ਐਜ਼, ਇੱਕ ਮਿੰਟ ਬੱਚੇ, ਨੋਨ ਐਜ਼, ਇਹਨੂੰ ਕਾਹਦੇ ਨਾਮ ਨਾਲ ਜਾਣਿਆ ਜਾਂਦਾ? ਗਲਫ ਆਫ ਬਰਬਰਾ। ਗਲਫ ਆਫ ਬਰਬਰਾ ਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ। ਤਾਂ ਬਸ ਹੁਣ ਇੱਕ ਯਾਦ ਰੱਖਿਓ, ਜੇ ਮੰਨ ਲਓ ਵੀ ਆਹ ਆਪਣੀ ਹੈਗੀ ਆ ਇਹ ਗਲਫ ਆਫ ਏਡਨ, ਠੀਕ ਆ, ਆਹ ਹੈਗੀ ਆਪਣੀ ਗਲਫ ਆਫ ਏਡਨ। ਤਾਂ ਹੁਣ ਬੱਚੇ ਦੇਖੋ, ਤਾਂ ਇਹਦੇ ਕੀ ਆ, ਜੇ ਨਾਰਥ 'ਚ ਦੇਖੀਏ, ਨਾਰਥ ਦੇ ਵਿੱਚ ਇਹਦੇ ਹੈਗਾ ਯਮਨ, ਮਤਲਬ ਠੀਕ ਹੈ, ਉੱਪਰ ਕਿਹੜਾ ਪੈਂਦਾ ਇਹਦੇ ਕੰਟਰੀ? ਯਮਨ ਪੈਂਦਾ। ਈਸਟ ਦੇ ਵਿੱਚ ਇੱਧਰ ਅਰਬ ਸਾਗਰ ਆ, ਜਾਣੀ ਕਿ ਅਰੇਬੀਅਨ ਸੀ ਆ। ਹੁਣ ਜੇ ਅਰਬ ਸਾਗਰ ਲੱਗ ਗਿਆ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਇੰਡੀਆ ਆਪਣਾ ਇੱਥੇ ਜੇ ਲਾਈ ਕਰਦਾ, ਦੈਨ ਮਤਲਬ ਗੱਲ ਤਾਂ ਆਪਣੇ ਨੇੜੇ ਤੇੜੇ ਦੀ ਚੱਲਦੀ ਹੈ, ਇੱਧਰਲੇ ਪਾਸੇ ਦੀ ਚੱਲ ਰਹੀ ਆ। ਤਾਂ ਹੁਣ ਯਮਨ ਲੱਗ ਗਿਆ, ਤੁਹਾਨੂੰ ਪਤਾ ਲੱਗ ਗਿਆ, ਅਤੇ ਈਸਟ ਦੇ ਵਿੱਚ ਅਰਬ ਸਾਗਰ ਆ ਗਿਆ। ਜੇ ਹੁਣ ਆਪਾਂ ਵੈਸਟ ਦੀ ਗੱਲ ਕਰੀਏ ਤਾਂ ਵੈਸਟ ਦੇ ਵਿੱਚ ਬੱਚੇ ਇਹਦੇ ਹੈਗਾ ਇੱਥੇ ਜੇ ਆ ਗਿਆ, ਠੀਕ ਆ, ਮੈਂ ਇੱਥੇ ਨਾਮ ਲਿਖ ਦਿੰਦਾ ਇਹਦਾ। ਵੈਸਟ ਦੇ ਵਿੱਚ ਇਹਦੇ ਹੈਗਾ ਜਬੂਤੀ। ਹੁਣ ਦੇਖੋ ਡੀ ਮੂਹਰੇ ਲੱਗਦੀ ਹੈ, ਪਰ ਡੀ ਤੋਂ ਬਾਅਦ ਜੇ ਆ ਜੇ ਤਾਂ ਦੈਨ ਇਹ ਸਾਇਲੈਂਟ ਹੀ ਆ, ਇੱਥੇ ਇਹਨੂੰ ਆਪਾਂ ਕਹਿੰਦੇ ਹਾਂ ਜਬੂਤੀ। ਤਾਂ ਚਲ ਮੈਂ ਹੋਰ ਨਾਮ ਤਾਂ ਕੀ ਲਿਖਣਾ ਇਹਦਾ, ਜਬੂਤੀ ਹੋ ਗਿਆ। ਔਰ ਜੇ ਸਾਊਥ ਦੇ ਵਿੱਚ ਗੱਲ ਕਰੀਏ, ਸਾਊਥ ਦੇ ਵਿੱਚ ਇਹਦੇ ਹੈਗੀ ਆ ਕੰਟਰੀ ਸੋਮਾਲੀਆ, ਠੀਕ ਆ। ਤਾਂ ਬੱਚੇ ਆਹ ਤੁਸੀਂ ਇਹਨੂੰ ਯਾਦ ਰੱਖਣਾ ਸੀ। ਜੇ ਨਾਰਥ ਵੈਸਟ ਦੇ ਵਿੱਚ ਗੱਲ ਕਰੀਏ, ਜੋੜਦਾ ਕਿਹਨੂੰ ਆ? ਨਾਰਥ ਜਾਣੀ ਕਿ ਵੈਸਟ, ਇੱਧਰੋਂ ਆਉਂਦਾ ਜਿਹੜਾ, ਇੱਧਰੋਂ ਪਾਣੀ ਆਉਂਦਾ, ਇੱਕ ਇੱਧਰੋਂ ਪਾਣੀ ਆਉਂਦਾ। ਆਹ ਜਿਹੜੇ ਮੈਂ ਇਹਨਾਂ ਦੇ ਵਿੱਚ, ਇੱਕ ਮਿੰਟ ਬੱਚੇ, ਆਹ ਜਿਹੜਿਆਂ ਨੂੰ ਮੈਂ ਆਹ ਕਲਰ ਕਰ ਰਿਹਾ ਵਾਟਰ ਵਾਂਗੂ, ਠੀਕ ਆ, ਤਾਂ ਇਹਨਾਂ ਦੇ ਵਿਚਾਲੇ ਪੈਂਦਾ ਇਹ। ਤਾਂ ਜਦੋਂ ਇਹਨਾਂ ਨੂੰ ਜੋੜਦਾ ਇਹ ਨਾਰਥ ਵੈਸਟ ਦੇ ਵਿੱਚੋਂ ਇਹਨੂੰ, ਠੀਕ ਆ, ਜਿਹੜਾ ਨਾਰਥ ਵੈਸਟ ਦੇ ਵਿੱਚ ਆ ਇੱਧਰਲੇ ਪਾਸਿਓਂ ਤਾਂ ਆਉਂਦਾ ਰੈੱਡ ਸੀ, ਔਰ ਜਿਹੜਾ ਇੱਧਰਲੇ ਪਾਸਿਓਂ ਜਾਂਦਾ ਇਹ ਹੈਗਾ ਗਾ ਆਪਣਾ, ਉਧਰੋਂ ਰੈੱਡ ਸੀ ਨੂੰ ਜੋੜ ਦਿੰਦਾ। ਵਿਚਾਲੇ ਇਹਨਾਂ ਦੇ ਇੱਕ ਆਉਂਦੀ ਆ ਬੱਚੇ ਸਟਰੇਟ, ਬਬ ਅਲ ਮੰਦੇਬ, ਵਿਚਾਲੇ ਇਹਨਾਂ ਦੇ ਕੀ ਆਉਂਦੀ ਆ? ਇੱਕ ਸਟਰੇਟ ਆਉਂਦੀ ਆ। ਆਹ ਸਟਰੇਟ ਦੇ ਬੱਚੇ ਇਹਦੇ 'ਚ ਆਪਣਾ ਕੀ ਫਰਕ ਹੁੰਦਾ ਮੈਂ ਤੁਹਾਨੂੰ ਕਰਾ ਦੂੰਗਾ ਬਾਅਦ ਦੇ ਵਿੱਚ ਇਹਨੂੰ, ਠੀਕ ਆ। ਤਾਂ ਇੱਕ ਇਹਨਾਂ ਦੇ ਵਿਚਾਲੇ ਸਟਰੇਟ ਆਉਂਦੀ ਆ ਬਬ ਅਲ ਮਨਦੇਬ ਸਟਰੇਟ। ਤਾਂ ਆਹ ਸੀਗਾ ਆਪਣਾ ਗਲਫ ਆਫ ਏਡਨ। ਤਾਂ ਇਹ ਵੀ ਬੱਚੇ ਤੁਹਾਨੂੰ ਕਲੀਅਰ ਹੋਊਗਾ। ਇਸ ਤੋਂ ਬਾਅਦ ਇੱਕ ਆਪਾਂ ਹੋਰ ਕਰਨਾ ਜਿਓਗ੍ਰਾਫੀ ਦਾ, ਇੱਕ ਸਟਰੇਟ ਆਫ ਹਾਰਮਜ਼। ਤਾਂ ਇਹ ਵਾਲੀ ਆ ਜਿਹੜੀ, ਇਹ ਕਿਹਦੇ ਵਿਚਾਲੇ ਆ? ਈਰਾਨ ਤੇ ਓਮਾਨ ਦੇ ਵਿਚਾਲੇ। ਕਿਹਦੇ ਵਿਚਾਲੇ ਆ? ਈਰਾਨ ਐਂਡ ਓਮਾਨ ਦੇ ਵਿਚਾਲੇ ਆ। ਤਾਂ ਇਹਦੇ ਨਾਰਥ 'ਚ ਦੇਖੀਏ, ਨਾਰਥ 'ਚ ਇਹਦੇ ਕੀ ਆ? ਈਰਾਨ। ਸਾਊਥ ਦੇ ਵਿੱਚ ਇਹਦੇ ਕੀ ਆ? UAE, ਓਮਾਨ, ਇੱਕ ਕੰਟਰੀ ਹੋਰ ਆ ਬੱਚੇ, ਉਹਦਾ ਨਾਮ ਤੁਸੀਂ ਦੱਸ ਸਕਦੇ ਹੋ। ਕਲੀਅਰ? ਤਾਂ ਇਹ ਕਿਹਨੂੰ ਜੋੜਦੀ ਆ? ਪਰਸ਼ੀਅਨ ਗਲਫ ਪਲੱਸ ਗਲਫ ਆਫ ਓਮਾਨ, ਇਹਨਾਂ ਨੂੰ ਜੋੜਦੀ ਆ। ਆਹ ਸੀਗਾ ਆਪਣਾ ਸਟਰੇਟ ਆਫ ਹਾਰਮਜ਼। ਤਾਂ ਇਹ ਹੋ ਗਿਆ। ਇਸ ਤੋਂ ਬਾਅਦ ਇੱਕ ਸਟਰੇਟ ਹੈਗੀ ਆ ਤਾਇਵਾਨ ਸਟਰੇਟ। ਬੱਚੇ ਉਹ ਬੜੀਆਂ ਸਟਰੇਟ ਹੀ ਕਰਾਊਂਗਾ ਜਿਹੜੀਆਂ ਨਿਊਜ਼ ਦੇ ਵਿੱਚ ਅਕਸਰ ਦੇਖੀਆਂ ਗਈਆਂ ਨੇ। ਬਸ ਇੰਨਾ ਫਰਕ ਆ ਵੀ ਮੈਂ ਤੁਹਾਨੂੰ ਇਹਨਾਂ ਦੀ ਹੁਣ ਨਿਊਜ਼ ਨਹੀਂ ਦੱਸ ਰਿਹਾ ਵੀ ਇਹ ਕਾਹਦੇ ਕਰਕੇ ਨਿਊਜ਼ ਦੇ ਵਿੱਚ ਆਈਆਂ ਨੇ, ਕਿਉਂਕਿ ਇਹਨਾਂ ਨੂੰ ਐਕਸਪਲੇਨ ਕਰਨ ਦੇ ਲਈ ਵਿੱਚ ਫਿਰ ਤਾਂ ਆਪਣਾ ਐਡੀਟੋਰੀਅਲ ਬਣ ਜੂਗਾ ਇਹ ਪੂਰਾ, ਜੇ ਮੈਂ ਤੁਹਾਨੂੰ ਕੱਲਾ ਕਲੀਅਰ ਕਰਵਾਉਣ ਲੱਗ ਗਿਆ। ਤਾਂ ਇਹ ਕੀ ਕਰਦਾ, ਜਿਹੜੀ ਇਹ ਚੀਨ ਆ, ਜਾਣੀ ਕਿ ਚਾਈਨਾ ਦੀ ਜਿਹੜੀ ਮੇਨਲੈਂਡ ਆ, ਇੱਕ ਪਾਸੇ ਚਾਈਨਾ ਦੀ ਮੇਨਲੈਂਡ ਆ, ਦੂਸਰੇ ਪਾਸੇ ਤਾਇਵਾਨ ਆ, ਇਹਨਾਂ ਦੋਨਾਂ ਦੇ ਵਿਚਾਲੇ ਜਾਣੀ ਕਿ ਬਾਰਡਰ ਆ, ਇਹ ਬਾਰਡਰ ਪਾਣੀ ਆਊਂ ਤਾਂ ਇਹ ਵਾਲਾ ਇਹਨਾਂ ਦੇ ਵਿਚਾਲੇ ਪੈਂਦਾ। ਓਕੇ, ਤਾਂ ਬੱਚੇ ਇਹ ਸੀਗੇ ਜਿਹੜੇ ਇੰਪੋਰਟੈਂਟ ਆਪਣੇ ਨਿਊਜ਼ ਦੇ ਵਿੱਚ ਰਹੇ ਸੀਗੇ, ਤਾਂ ਇਹਨਾਂ ਨੂੰ ਆਪਾਂ ਡਿਸਕਸ ਕੀਤਾ। ਅਗਲੀ ਵੀਡੀਓ ਦੇ ਵਿੱਚ ਜਿਹੜੇ ਹੋਰ ਹੋਣਗੇ ਜਿਓਗ੍ਰਾਫੀ ਦੇ, ਜਾਂ ਫਿਰ ਉਹਨਾਂ ਨੂੰ ਵੀ ਆਪਾਂ, ਜਿਵੇਂ ਕਿ ਆਪਾਂ ਸਾਈਕਲੋਨ ਕਰੇ ਸੀਗੇ, ਆਪਣੇ ਵਲਕੈਨੋ ਕਰੇ ਸੀਗੇ, ਤਾਂ ਉਹਨਾਂ ਦੇ ਬਾਰੇ ਵੀ ਹੋ ਗਿਆ। ਇਸ ਤੋਂ ਬਾਅਦ ਆਪਾਂ ਪਹਿਲਾਂ ਗੱਲ ਕਰੀ ਸੀਗੀ ਯੂਨੈਸਕੋ ਦੀ। ਯੂਨੈਸਕੋ ਦੇ ਵਿੱਚੋਂ ਵੀ ਉਹਨਾਂ ਦੀ ਜਿਹੜੀ ਉਹ ਲਿਸਟ ਸੀਗੀ ਇਨਟੈਂਜੀਬਲ ਲਿਸਟ ਵਾਲੀ ਸੀਗੀ ਨਾ, ਤਾਂ ਉਹਦੇ ਬਾਰੇ ਵਿੱਚੋਂ ਆਪਾਂ ਕਿਹਾ ਸੀਗਾ ਵੀ ਉਹਦੇ 'ਚ 14ਵਾਂ ਜਿਹੜਾ ਹੁਣ ਐਡ ਕੀਤਾ ਗਿਆ। ਬੱਚੇ ਆਹ ਫੈਕਟ ਇੰਪੋਰਟੈਂਟ ਕਰ ਲਿਓ, ਕਿਉਂਕਿ ਇੰਟਰਨੈਸ਼ਨਲ ਲੈਵਲ ਦੀ ਮਹੱਤਤਾ ਦਾ ਆ ਗਿਆ।
ਤਾਂ ਇਹਦੇ 'ਚ ਦੁਰਗਾ ਪੂਜਾ ਇੱਕ ਮਤਲਬ ਕਿ ਕਿੱਥੇ ਆ, ਕੋਲਕਾਤਾ ਦੇ ਵਿੱਚ ਹੁੰਦੀ ਆ, ਠੀਕ ਆ। ਤਾਂ ਇਹਨੂੰ ਐਡ ਕੀਤਾ ਗਿਆ 14ਵਾਂ ਯੂਨੈਸਕੋ ਦੀ ਇੰਟੈਂਜੀਬਲ ਕਲਚਰਲ, ਯੂਨੈਸਕੋਜ਼ ਇਹਦੀ ਲਿਸਟ ਸੀਗੀ ਇੰਟੈਂਜੀਬਲ ਕਲਚਰਲ ਹੈਰੀਟੇਜ ਸਾਈਟ, ਸੌਰੀ ਸਾਈਟ ਨਹੀਂ ਹੈਗਾ ਬੱਚੇ, ਲਿਸਟ ਆ ਇੱਥੇ। ਮੈਨੂੰ ਲੱਗਦਾ ਆਈ ਥਿੰਕ ਮੈਂ ਉੱਥੇ ਵੀ ਤੁਹਾਨੂੰ ਸਾਈਟ ਹੀ ਲਿਖਵਾਤਾ, ਉੱਥੇ ਵੀ ਤੁਸੀਂ ਇਹਨੂੰ ਲਿਸਟ ਕਰ ਲਿਓ ਜੇ ਬੱਚੇ ਉੱਥੇ ਦੇਖ ਲਿਆ ਤੁਸੀਂ, ਉਹ ਤਾਂ ਮੇਰੇ ਯਾਦ ਹੈ ਜਿੱਥੇ ਤੱਕ, ਬਟ ਮੈਂ ਲਿਸਟ ਹੀ ਕਰਵਾਇਆ ਸੀ ਤੁਹਾਨੂੰ, ਬਟ ਜੇ ਸਾਈਟ ਆ ਤਾਂ ਉਹਨੂੰ ਕਲੀਅਰ ਕਰ ਲਿਓ ਤੁਸੀਂ। ਹੁਣ ਇਹਦੇ 'ਚ ਬੱਚੇ ਆ ਗਿਆ, ਤਾਂ ਹੁਣ ਦੁਰਗਾ ਪੂਜਾ ਦੇ ਬਾਰੇ ਤਾਂ ਮੈਨੂੰ ਦੱਸ ਦਿੱਤਾ ਵੀ 5ਵਾਂ ਦਿਨ ਇਹ ਫੈਸਟੀਵਲ ਨਵਰਾਤਰੀ ਦੀ 5th ਰਾਤ ਤੋਂ ਸ਼ੁਰੂ ਕੀਤਾ ਜਾਂਦਾ, 10ਵੇਂ ਦਿਨ ਦਸਵੀਂ ਵਾਲੇ ਦਿਨ ਇਹ ਕਰ ਦਿੰਦੇ ਜਾਂਦੇ ਆ। ਇਸ ਤੋਂ ਬਾਅਦ ਜਿਹੜੇ ਇਹਦੇ 'ਚ 14 ਮੈਂ ਤੁਹਾਨੂੰ ਦੱਸੇ ਸੀਗੇ ਵੀ 14ਵਾਂ ਤਾਂ ਹੁਣ ਇਹ ਦੁਰਗਾ ਪੂਜਾ ਹੀ ਹੋਈ ਆ। ਇਸ ਤੋਂ ਬਾਅਦ ਪਹਿਲਾਂ ਜਿਹੜੇ ਇਹਦੇ 'ਚ 13 ਸੀਗੇ ਉਹਨਾਂ ਦੇ ਵਿੱਚੋਂ ਬੁੱਧਿਸਟ ਜਾਣੀ ਕਿ ਬੁੱਧਿਸਟ ਚੈਂਟਿੰਗ ਅਤੇ ਇਹ ਵਾਲੇ ਸ਼ਾਮਲ ਇਹਦੇ 'ਚ, ਇਹ ਲਦਾਖ ਦੇ ਵਿੱਚ ਆ। ਕਾਲਬੇਲਾ ਇਹ ਫੋਕ ਡਾਂਸ ਆ ਰਾਜਸਥਾਨ ਦਾ, ਠੀਕ ਆ। ਤਾਂ ਇਹ ਫੋਕ ਡਾਂਸ ਆ ਔਰ ਸੌਂਗ ਵੀ ਆ ਉੱਥੋਂ ਆ। ਅਤੇ ਇਸ ਤੋਂ ਬਾਅਦ ਝਾਊ ਡਾਂਸ ਆ ਇੱਕ, ਉਹ ਆਪਣਾ ਈਸਟ ਇੰਡੀਆ ਤੋਂ ਆ। ਯੋਗਾ ਵੀ ਇਹਦੇ 'ਚ, ਕੁੰਭ ਮੇਲਾ ਵੀ ਆ, ਨਵਰੋਜ਼ ਜਿਹੜਾ ਆਪਾਂ ਕਿਹਾ ਬੱਚੇ ਉਹ ਵੀ ਇਹਦੇ 'ਚ, ਠੀਕ ਆ। ਵੈਦਿਕ ਚੈਂਟਿੰਗ ਆ ਜਿਹੜੀ ਉਹ ਵੀ ਆ, ਰਾਮਲੀਲਾ ਵੀ ਇਹਦੇ 'ਚ ਸ਼ਾਮਲ ਆ। ਤਾਂ ਬੱਚੇ ਦੇਖੋ ਇਹਦੇ 'ਚ ਜਿਹੜੀ ਇਹ ਲਿਸਟ ਸਟਾਰਟ ਕੀਤੀ ਗਈ ਆ, ਇੱਕ ਫੈਕਟ ਇਹਦਾ ਯਾਦ ਰੱਖ ਲਿਓ ਵੀ ਇਹ ਸ਼ੁਰੂ ਕਦੋਂ ਕੀਤੀ ਸੀਗੀ ਯੂਨੈਸਕੋ ਨੇ, ਇਹ ਵਾਲੀ ਲਿਸਟ 2008 ਦੇ ਵਿੱਚ ਕੀਤੀ ਸੀ। ਤਾਂ ਇਹਦੇ 'ਚ ਇੱਕ ਲੌਂਗਰ ਲਿਸਟ ਹੁੰਦੀ ਹੈ, ਇੱਕ ਸ਼ਾਰਟਰ ਲਿਸਟ ਹੁੰਦੀ ਆ। ਬਸ ਇਦੋਂ ਗਾਹਾਂ ਆਪਾਂ ਡੈਪਥ ਦੇ ਵਿੱਚ ਨਹੀਂ ਜਾਣਾ, ਤੁਸੀਂ ਇੰਨੇ ਕੁ ਫੈਕਟ ਇਹਦੇ 'ਚ ਧਿਆਨ 'ਚ ਰੱਖ ਲਓ, ਤੁਹਾਡਾ ਬਹੁਤ ਸਰ ਜੂਗਾ ਵਧੀਆ। ਹੁਣ ਜੇ ਦੁਰਗਾ ਪੂਜਾ ਦੀ ਗੱਲ ਕੀਤੀ ਹੈ ਤਾਂ ਨਾਲ ਹੀ ਆਪਾਂ ਇੱਕ ਅੱਧੇ ਫੈਸਟੀਵਲ ਦੀ ਹੁਣ ਹੋਰ ਗੱਲ ਕਰ ਲੈਂਦੇ ਹਾਂ, ਜਿਹੜਾ ਕਿ ਬੜਾ ਇੰਪੋਰਟੈਂਟ ਫੈਸਟੀਵਲ ਆ, ਹੌਰਨਬਿਲ। ਪਹਿਲੀ ਗੱਲ ਤਾਂ ਦੇਖੋ ਹੌਰਨਬਿਲ ਇੱਕ ਪੰਛੀ ਦੇ ਨਾਮ ਬਰਡ ਸੀਗਾ, ਤਾਂ ਉਹਦੇ ਨਾਮ 'ਤੇ ਇਹ, ਔਰ ਇਹ ਫੈਸਟੀਵਲ ਨੂੰ ਨੋਨ ਐਜ਼ ਫੈਸਟੀਵਲ ਆਫ ਫੈਸਟੀਵਲਸ, ਤਾਂ ਮਤਲਬ ਤਿਉਹਾਰਾਂ ਦਾ ਤਿਉਹਾਰ ਕਿਹਾ ਜਾਂਦਾ ਕਿਹੜੇ ਤਿਉਹਾਰ ਨੂੰ, ਹੌਰਨਬਿਲ ਨੂੰ। ਇਹ ਤਾਂ ਬੱਚੇ ਮੈਂ ਤੁਹਾਨੂੰ ਦੱਸਤਾ। ਤਾਂ ਇਹ ਮਤਲਬ ਕਿ ਹੁੰਦਾ 1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਇਹ ਵਾਲਾ ਜਿਹੜਾ ਫੈਸਟੀਵਲ ਹੈ ਇਹਨਾਂ ਦਾ, ਅਤੇ ਇਹ ਚੱਲਦਾ ਔਰ ਐਨੂਅਲੀ ਹੁੰਦਾ ਇਹ। ਔਰ ਇਹ ਸ਼ੁਰੂ ਕੀਤਾ ਗਿਆ ਸੀ 1 ਦਸੰਬਰ 1963 ਤੋਂ। ਉਸ ਟਾਈਮ 'ਤੇ ਆਪਣੇ ਪ੍ਰੈਜ਼ੀਡੈਂਟਸ ਕੌਣ ਸੀਗੇ, ਇੱਕ ਤਾਂ ਤੁਸੀਂ ਉਹ ਟਾਈਮ 'ਤੇ ਪ੍ਰੈਜ਼ੀਡੈਂਟ ਕੌਣ ਸੀ ਇਹਦਾ ਨਾਮ ਦੱਸਣਾ ਹੌਰਨਬਿਲ ਨੂੰ ਲੈ ਕੇ। ਮੈਂ ਇਹ ਤਾਂ ਤੁਹਾਨੂੰ ਦੱਸਤਾ ਵੀ ਕਦੋਂ ਤੋਂ ਅਤੇ ਕਿਹੜੀ ਆਪਣੇ ਦਿਨਾਂ ਦੇ ਵਿੱਚ ਇਹਨੂੰ ਮਨਾਇਆ ਜਾਂਦਾ, ਔਰ ਇਹਦਾ ਹੋਰ ਨਾਮ ਕੀ ਆ, ਫੈਸਟੀਵਲ ਆਫ ਫੈਸਟੀਵਲਸ, ਇਹ ਵੀ ਤੁਹਾਨੂੰ ਮੈਂ ਕਲੀਅਰ ਕਰਤਾ। ਬੱਚੇ ਤੁਸੀਂ ਹੁਣ ਇਹ ਦੱਸਣਾ ਵੀ ਇਹ ਕਿਹੜੀ ਸਟੇਟ ਦੇ ਵਿੱਚ ਅਤੇ ਕੌਣ ਇਹਨੂੰ ਸੈਲੀਬ੍ਰੇਟ ਕਰਦਾ ਗਾ, ਠੀਕ ਆ। ਇਹ ਤੁਹਾਡੇ ਲਈ ਇੰਨਾ ਕੁ ਕੰਮ ਆ। ਇਹ ਤੋਂ ਬਿਨਾਂ ਆਪਾਂ ਜਿਹੜੀਆਂ ਟਰਾਈਬ ਹੋਣਗੀਆਂ ਉਹਨਾਂ ਨੂੰ ਵੀ ਕਰਾਂਗੇ। ਹੁਣ ਆਪਾਂ ਕੁਝ ਕੁ ਇੰਡੈਕਸ ਨੇ ਜਿਹੜੇ ਇੰਪੋਰਟੈਂਟ, ਆਪਾਂ ਇੰਡੈਕਸ ਦੇਖ ਲੈਂਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਵੀ ਇੰਡੈਕਸਾਂ ਦੇ ਵਿੱਚੋਂ ਵੀ ਆਪਾਂ ਨੂੰ ਕੁਐਸਚਨ ਨੇ ਜਿਹੜੇ ਬਣਨੇ ਆ। ਦੇਖੋ ਇੱਕ ਆਪਾਂ ਹੁਣ ਗੱਲ ਕਰੀਏ ਗਲੋਬਲ ਡਰੱਗ ਪਾਲਿਸੀ ਇੰਡੈਕਸ। ਸਾਰਿਆਂ ਦੇ ਵਿੱਚ ਹਰੇਕ ਫੈਕਟ ਨਹੀਂ ਆਪਾਂ ਪੜ੍ਹਨਾ ਹੁੰਦਾ, ਬਸ ਇੱਕ ਐਂ ਪਤਾ ਹੋਣਾ ਚਾਹੀਦਾ ਵੀ ਇੰਡੀਆ ਦੀ ਜੇ ਉਹਦੇ 'ਚ ਗੱਲਬਾਤ ਹੈਗੀ ਹੈ ਤਾਂ ਇੰਡੀਆ ਦਾ ਰੈਂਕ ਕਿੰਨਾ। ਇਹਦੇ 'ਚ ਇੰਡੀਆ ਦਾ ਰੈਂਕ ਆਇਆ 18, ਕਿੰਨੇ ਚੋਂ, ਸੌਰੀ 18 ਕਿੰਨੇ ਦੇ ਵਿੱਚੋਂ, 30 ਦੇ ਵਿੱਚੋਂ, ਠੀਕ ਆ। 30 ਦੇ ਵਿੱਚੋਂ 18ਵਾਂ ਰੈਂਕ ਆਇਆ ਇਹਦੇ 'ਚ। ਅਤੇ ਇੱਕ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਦੁਆਰਾ ਰਿਲੀਜ਼ ਕੀਤਾ ਜਾਂਦਾ, ਤਾਂ ਇਹ ਕੀਤਾ ਜਾਂਦਾ ਹਾਰਮ ਰਿਡਕਸ਼ਨ ਕੰਸੋਰਟੀਅਮ, ਤਾਂ ਇਹਦੇ ਦੁਆਰਾ ਇਹ ਰਿਲੀਜ਼ ਕੀਤਾ ਜਾਂਦਾ। ਔਰ ਇਹਦੇ 'ਚ ਬੇਸਿਕਲੀ ਕਿੰਨੇ ਇੰਡੀਕੇਟਰ, ਇਹਨਾਂ ਦੇ 75 ਇੰਡੀਕੇਟਰ ਨੇ। ਅਤੇ ਇਹਨੂੰ ਟੌਪ ਕਰਨ ਵਾਲਾ ਕੌਣ ਆ, ਟੌਪ ਕੀਤਾ ਇਹਨੂੰ ਨਾਰਵੇ ਨੇ, ਔਰ ਨਾਰਵੇ ਦੇ ਸਕੋਰ ਨੇ 70 100 ਦੇ ਵਿੱਚੋਂ। ਔਰ ਜੇ ਇੰਡੀਆ 18ਵੇਂ ਰੈਂਕ 'ਤੇ ਆਈ ਹੈ ਤਾਂ ਇੰਡੀਆ ਦਾ ਸਕੋਰ ਕਿੰਨਾ ਹੋਊਗਾ, ਇੰਡੀਆ ਦਾ ਸਕੋਰ ਹੈਗਾ 46 100 ਦੇ ਵਿੱਚੋਂ। ਔਰ ਜੇ ਸਭ ਤੋਂ ਖਰਾਬ ਪਰਫੋਰਮੈਂਸ ਆ ਉਹ ਹੈਗੀ ਆ ਬ੍ਰਾਜ਼ੀਲ, 26 ਸਕੋਰ ਲਿਆ ਨੇ 100 ਦੇ ਵਿੱਚੋਂ। ਤਾਂ ਬੱਚੇ ਆ ਤੁਹਾਡਾ ਇੰਡੈਕਸ ਸੀਗਾ ਜਿਹੜਾ ਗਲੋਬਲ ਡਰੱਗ ਪਾਲਿਸੀ ਇੰਡੈਕਸ, ਤੁਹਾਨੂੰ ਆਈ ਹੋਪ ਕਲੀਅਰ ਹੋਊਗਾ। ਇਸ ਤੋਂ ਬਾਅਦ ਦੇਖੋ ਆਸੀਅਨ ਪਾਵਰ ਇੰਡੈਕਸ 2021, ਆਸੀਅਨ ਪਾਵਰ ਇੰਡੈਕਸ 2021। ਤਾਂ ਇਹਦੇ 'ਚ ਮਤਲਬ ਕਿ 26 ਦੇਸ਼ਾਂ ਦਾ ਮਤਲਬ ਕਿ ਲੇਖਾ ਜੋਖਾ ਜਿਹਾ ਹੁੰਦਾ, ਠੀਕ ਆ। ਤਾਂ ਇੰਪੋਰਟੈਂਟ ਫੈਕਟ ਆ ਜਿਹੜੇ ਮੈਂ ਤੁਹਾਨੂੰ ਉਹ ਦੱਸੂਗਾ ਬੱਚੇ, ਪੂਰਾ ਹੁਣ ਮੈਂ ਤੁਹਾਨੂੰ ਨਹੀਂ ਕਰਦਾ। ਦੇਖੋ ਇਹ ਰਿਲੀਜ਼ ਕਿਹਦੇ ਦੁਆਰਾ ਕੀਤਾ ਜਾਂਦਾ, ਇਹ ਫੈਕਟ ਆ, ਇਹਨੂੰ ਰਿਲੀਜ਼ ਕੀਤਾ ਜਾਂਦਾ ਇੱਕ ਸਿਡਨੀ ਬੇਸ ਸੰਸਥਾ ਹੈਗੀ, ਸਿਡਨੀ ਬੇਸ ਆ, ਠੀਕ ਆ, ਲੋਈ ਇੰਸਟੀਟਿਊਟ, ਤਾਂ ਉਹਦੇ ਦੁਆਰਾ ਇਹਨੂੰ ਕੀਤਾ ਜਾਂਦਾ। ਤਾਂ ਇਹਦੇ 'ਚ ਜਿਹੜੇ ਭਾਰਤ ਕਹਿੰਦਾ ਗਾ ਚੌਥਾ ਮੋਸਟ ਪਾਵਰਫੁਲ ਕੰਟਰੀ ਆ, ਕਾਹਦੇ ਚੋਂ, ਏਸ਼ੀਆ ਪੈਸੀਫਿਕ ਖੇਤਰ ਦੇ ਵਿੱਚੋਂ। ਤਾਂ ਹੁਣ ਇਹਦੇ 'ਚੋਂ ਜਿਹੜਾ ਇੰਡੀਆ ਗਾ, ਇੰਡੀਆ ਦਾ ਸਕੋਰ ਕਿੰਨਾ ਗਾ ਬੱਚੇ, ਜੇ ਚੌਥਾ ਗਾ ਆਪਾਂ ਸਕੋਰ ਹੀ ਦੇਖਣਾ ਹੁੰਦਾ, ਇੰਡੀਆ ਦਾ ਸਕੋਰ ਹੈਗਾ
37.7 ਕਿੰਨੇ ਦੇ ਵਿੱਚੋਂ 100 ਦੇ ਵਿੱਚੋਂ। ਤੇ ਟੌਪ ਦੇ ਵਿੱਚ ਕਿਹੜਾ ਹੈਗਾ ਜਿਹੜਾ ਏਸ਼ੀਆ ਪੈਸੀਫਿਕ ਦੇ ਵਿੱਚੋਂ ਆਉਂਦਾ ਗਾ ਉਹ ਹੈਗਾ ਗਾ USA। ਔਰ ਸੈਕਿੰਡ ਨੰਬਰ ਤੇ ਹੈਗਾ ਆਪਣਾ ਚੀਨ, ਥਰਡ ਨੰਬਰ ਤੇ ਜਾਪਾਨ ਐਂਡ ਫੋਰਥ ਨੰਬਰ ਤੇ ਆਪਣਾ ਪਿਆਰਾ ਭਾਰਤ। ਠੀਕ ਆ, ਤਾਂ ਆਹ ਵਾਲੇ ਸੀ ਬੱਚੇ ਜਿਹੜੇ ਆਪਾਂ ਇਹਨਾਂ ਦੇ ਵਿੱਚ ਗੱਲ ਕਰਨੀ ਸੀ। ਪਰ ਹੁਣ ਜੇ ਆਪਾਂ ਦੇਖੀਏ ਵੀ 2020 ਦੇ ਮੁਕਾਬਲੇ, ਤਾਂ 2020 ਦੇ ਮੁਕਾਬਲੇ ਆਪਣੀ ਇੰਪਰੂਵਮੈਂਟ ਜਿਹੜੀ ਆਪਣੀ ਪਰਫੋਰਮੈਂਸ ਆ ਉਹ ਥੋੜ੍ਹੀ ਜਿਹੀ ਖਰਾਬ ਰਹੀ ਹੈ, ਪੁਆਇੰਟ ਆਪਣੇ ਡਿਕਰੀਜ਼ ਹੋਏ ਆ। ਤਾਂ ਠੀਕ ਆ, ਇਹ ਰਿਲੀਜ਼ ਕੀਤੇ ਸਿਡਨੀ ਬੇਸ ਇੱਕ ਅਲੋਈ ਇੰਸਟੀਟਿਊਟ ਆ ਉਹਦੇ ਦੁਆਰਾ ਕੀਤਾ ਜਾਂਦਾ। 26 ਦੇਸ਼ਾਂ ਦੀ ਲਿਸਟ ਆ। ਆਸੀਅਨ ਪਾਵਰ ਇੰਡੈਕਸ 2021 ਆ। ਤਾਂ ਇਹ ਚੀਜ਼ ਕਲੀਅਰ ਆ। ਚਲੋ ਇਹ ਵਾਲਾ ਫੈਕਟ ਇੰਡੈਕਸ ਵੀ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਦੇਖੋ ਬੱਚੇ, ਰਾਇਲ ਗੋਲਡ ਮੈਡਲ 2022। ਤਾਂ ਇਹ ਵਾਲਾ ਦੁਨੀਆ ਦੇ ਵਿੱਚ ਇਹ ਇੰਟਰਨੈਸ਼ਨਲ ਲੈਵਲ ਦਾ ਬੱਚੇ ਇੰਪੋਰਟੈਂਸ ਦਾ ਗਾ ਰਾਇਲ ਗੋਲਡ ਮੈਡਲ 2022। ਤਾਂ ਹੁਣ ਇਹ ਕੀ ਹੈ, ਦੁਨੀਆ ਦਾ ਹਾਈਐਸਟ ਓਨਰ ਆ ਕਾਹਦੇ ਲਈ? ਆਰਕੀਟੈਕਚਰ ਦੇ ਲਈ। ਆਰਕੀਟੈਕਚਰ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਦਿੱਤਾ ਜਾਂਦਾ ਰਾਇਲ ਗੋਲਡ ਮੈਡਲ 2022। ਠੀਕ ਆ, ਤਾਂ ਇਹਨੂੰ ਤੁਸੀਂ ਧਿਆਨ 'ਚ ਰੱਖਿਓ। ਮਤਲਬ ਕਿ ਇਹ ਕਿਹਨੂੰ ਮਿਲਿਆ? ਬਾਲ ਕ੍ਰਿਸ਼ਨ ਦਾਸ ਨੂੰ। ਬਸ ਨਾਮ ਯਾਦ ਰੱਖਿਓ ਬੱਚੇ, ਬਹੁਤ ਆ। ਦਾਸ ਨਹੀਂ ਹੈਗਾ, ਸੌਰੀ, ਬਾਲ ਕ੍ਰਿਸ਼ਨਾ ਦੋਸ਼ੀ ਨੂੰ ਮਿਲਿਆ। ਤਾਂ ਇਹ ਭਾਰਤ ਦੇ ਨੇ। ਠੀਕ ਆ, ਔਰ ਇਹਨੂੰ ਪਰਸਨਲੀ ਅਪਰੂਵ ਕੀਤਾ ਜਾਂਦਾ ਕੁਈਨ ਐਲਿਜ਼ਾਬੈਥ ਸੈਕੰਡ ਦੇ ਦੁਆਰਾ। ਤਾਂ ਆਹ ਤੁਸੀਂ ਇਹ ਵਾਲੇ ਇਹਦੇ ਲਈ ਧਿਆਨ 'ਚ ਰੱਖਣਾ ਸੀ ਬੱਚੇ। ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਥੋੜ੍ਹੀ ਜਿਹੀ ਇਨਵਾਇਰਨਮੈਂਟ ਦੇ ਰਿਗਾਰਡਿੰਗ। COP ਯਾਨੀ ਕਿ ਕਾਨਫਰੰਸ ਆਫ ਪਾਰਟੀਜ਼। ਤਾਂ ਇਹਨਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ, ਇਹਨਾਂ ਦੇ ਹੈੱਡ ਦਫ਼ਤਰ ਪੁੱਛਿਆ ਜਾਂਦਾ ਵੀ ਕਿੱਥੇ ਕਿੱਥੇ ਮੀਟਿੰਗ ਹੈਲਡ ਹੁੰਦੀਆਂ। ਤਾਂ ਜਿਹੜੀ 2021 ਦੀ ਸੀ ਉਹ ਤਾਂ ਹੋਈ ਸੀ ਗਲੈਸਗੋ। ਠੀਕ ਆ, ਅਤੇ ਜਿਹੜੀ 2022 ਵਾਲੀ ਆ ਉਹ ਹੈਗੀ ਆ 27ਵੀਂ 2022 ਦੇ ਵਿੱਚ ਇਹ ਹੋਣੀ ਆ ਇਜਿਪਟ ਵਾਲੀ। ਔਰ ਜੇ ਆਪਾਂ ਦੇਖੀਏ ਇਸ ਤੋਂ ਬਾਅਦ 28ਵੀਂ 2023 ਦੇ ਵਿੱਚ ਉਹ ਵਾਲੀ ਹੋਊਗੀ ਬੱਚੇ UAE। ਤਾਂ ਇਹਨਾਂ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਣਾ ਸੀਗਾ। ਇਹ ਇੰਪੋਰਟੈਂਟ ਆਪਣੇ ਫੈਕਟ ਨੇ। ਔਰ ਇਸ ਤੋਂ ਬਿਨਾਂ ਜਿਹੜੇ ਹੋਰ ਨੇ, ਇੱਕ ਆਪਾਂ ਗੱਲ ਕਰਾਂਗੇ ਸੰਕਲਪ ਦੀ। ਤਾਂ ਆਪਣੀ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਸੀਗਾ ਸੰਕਲਪ। ਹੁਣ ਬੱਚੇ ਸੰਕਲਪ ਦੇਖੋ ਕਾਹਦੇ ਰਿਗਾਰਡਿੰਗ ਆ। ਸੰਕਲਪ ਕੀ ਆ? ਇਹ ਇੱਕ ਇਹਨਾਂ ਦਾ ਮਿਸ਼ਨ ਸੀਗਾ। ਠੀਕ ਆ, ਸਟਾਰਟ ਕੀਤਾ ਸੀ ਜੂਨ 2019 ਨੂੰ। ਸੰਕਲਪ ਸਟਾਰਟ ਕਦੋਂ ਕੀਤਾ ਸੀ? ਇਹ ਜੂਨ 2019 ਦੇ ਵਿੱਚ ਸਟਾਰਟ ਕੀਤਾ ਸੀ। ਕਿਉਂਕਿ ਜਦੋਂ ਇਰਾਨ ਤੇ USA ਦੇ ਵਿੱਚ ਟੈਂਸ਼ਨਾਂ ਸੀਗੀਆਂ ਜਿਹੜੀਆਂ ਕਾਫੀ ਵਧਣ ਲੱਗੀਆਂ ਸੀਗੀਆਂ, ਸੋ ਉੱਥੋਂ ਦੀ ਸ਼ਿਪ ਲੰਘਾਉਣੀ ਔਖੀ ਹੋ ਗਈ ਸੀ। ਤਾਂ ਇਹਨਾਂ ਨੇ ਆਪਣੀਆਂ ਸ਼ਿਪਸ ਦੀ ਪ੍ਰੋਟੈਕਸ਼ਨ ਦੇ ਲਈ, ਤਾਂ ਜੋ ਮਤਲਬ ਕਿ ਇੱਥੇ ਪ੍ਰੋਪਰ ਆ ਸਕਣ, ਤਾਂ ਇਹਨਾਂ ਨੇ ਉੱਥੇ ਡਿਪਲੋਏ ਕੀਤਾ ਸੀ ਆਪਣਾ ਇੰਡੀਆ ਦਾ INS ਤ੍ਰਿਕੰਦ। ਠੀਕ ਆ, ਇਹਨੂੰ ਡਿਪਲੋਏ ਕੀਤਾ ਸੀਗਾ ਕਿੱਥੇ? ਪਰਸ਼ੀਅਨ ਗਲਫ ਔਰ ਗਲਫ ਆਫ ਓਮਾਨ ਦੇ ਵਿੱਚ। ਠੀਕ ਆ, ਤਾਂ ਇਹ ਆਪਰੇਸ਼ਨ ਦੇ ਵਿੱਚ ਇਹ ਆਪਰੇਸ਼ਨ ਆ ਸੰਕਲਪ ਕੀ ਇੱਕ ਆਪਰੇਸ਼ਨ ਆ। ਤਾਂ ਇਹਦੇ ਬਾਰੇ ਬੱਚੇ ਤੁਹਾਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਵੀ ਸੰਕਲਪ ਕਾਹਦੇ ਲਈ ਆ। ਔਰ ਇੱਕ ਆਪਾਂ ਕੱਲ੍ਹ ਗੰਗਾ ਨਾਮ ਦਾ ਵੀ ਕਰਿਆ ਸੀਗਾ, ਉਹ ਵੀ ਤੁਹਾਨੂੰ ਕਲੀਅਰ ਹੋਊਗਾ। ਇਸ ਤੋਂ ਬਾਅਦ ਬੱਚੇ ਦੇਖੋ, ਅੱਜ ਆਪਣੇ ਜਿੰਨੇ ਹੋ ਸਕੇ, ਚਲੋ ਇੱਕ ਆਪਾਂ ਹਿਸਟਰੀ ਦੇ ਵਿੱਚੋਂ ਵੀ ਕਰ ਲੈਂਦੇ ਹਾਂ। ਠੀਕ ਆ, ਆਪਣੀ ਹਿਸਟਰੀ ਰਹਿ ਜੂਗੀ। ਤਾਂ ਹੁਣ ਆਪਾਂ ਹਿਸਟਰੀ ਦਾ ਵੀ ਇੱਕ ਫੈਕਟ ਅੱਜ ਕਰ ਲੈਂਦੇ ਹਾਂ। ਤਾਂ ਐਵੇਂ ਕਰਕੇ ਆਪਾਂ ਸਾਰਿਆਂ ਦੇ ਮਿਕਸ ਕਰਕੇ ਆਪਾਂ ਬੱਚੇ ਕਰ ਲਾਂਗੇ। ਦੇਖੋ ਇਹਦੇ 'ਚ ਸੀਗਾ ਰਾਮਅੱਪਾ ਟੈਂਪਲ। ਵੈਸੇ ਮੈਂ ਆਪਣੇ ਚੈਨਲ ਦੇ ਉੱਤੇ ਆਲਰੇਡੀ ਇਹ ਕਰਵਾਇਆ ਹੋਇਆ ਪਹਿਲਾਂ, ਰਾਮਅੱਪਾ ਟੈਂਪਲ। ਇਹ ਨਿਊਜ਼ ਦੇ ਵਿੱਚ ਰਿਹਾ ਸੀਗਾ ਰਾਮਅੱਪਾ ਟੈਂਪਲ। ਤਾਂ ਹੁਣ ਕਿਉਂ ਰਿਹਾ ਸੀਗਾ? ਕਿਉਂਕਿ ਇਹ ਯੂਨੈਸਕੋ ਦੇ ਵਿੱਚ ਸ਼ਾਮਲ ਹੋਇਆ ਸੀ। ਔਰ ਇਹ ਤੇਲੰਗਾਨਾ ਸਟੇਟ ਦਾ ਪਹਿਲਾ ਯੂਨੈਸਕੋ ਹੈਰੀਟੇਜ ਸਾਈਟ ਆ ਜਿਹੜੀ ਉਹ ਬਣੀ ਆ ਯੂਨੈਸਕੋ ਦੀ ਵਿੱਚ, ਰਾਮਅੱਪਾ ਟੈਂਪਲ। ਤਾਂ ਇਹਦੀ ਜੇ ਖਾਸੀਅਤ ਕੀ ਆ? ਇਹ 6 ਫੁੱਟ ਉੱਚੇ 6 ਫੁੱਟ ਉੱਚੇ ਸਟਾਰ ਸ਼ੇਪ ਪਲੈਟਫਾਰਮ 'ਤੇ ਤਾਂ ਖੜਾ ਮੰਦਰ ਆ। ਠੀਕ ਆ, ਤਾਂ ਇੰਨੇ ਫੈਕਟ ਬੱਚੇ ਆਉਂਦੇ ਨਹੀਂ। ਵੈਸੇ ਤੁਹਾਨੂੰ ਕਈ ਇਹ ਹੋ ਜਾਂਦਾ ਵੀ ਸਾਨੂੰ ਫੈਕਟ ਆਹ ਚੀਜ਼ ਦੇ ਬਾਰੇ ਫੈਕਟ ਨਹੀਂ ਦੱਸਿਆ ਗਿਆ, ਤਾਂ ਕਰਕੇ ਤੁਹਾਨੂੰ ਦੱਸਣੇ ਪੈਂਦਾ। ਜਿਹੜਾ ਐਗਜ਼ਾਮ ਓਰੀਐਂਟਡ ਹੁੰਦਾ ਤੁਹਾਨੂੰ ਉਹ ਚੀਜ਼ ਤਾਂ ਕਰਵਾਈ ਜਾਂਦੀ ਆ। ਤਾਂ ਇਹਦਾ ਜਿਹੜਾ ਨਾਮ ਸੀ ਇਹਦੇ ਆਰਕੀਟੈਕਚਰ ਦੇ ਨਾਮ 'ਤੇ ਰੱਖਿਆ ਗਿਆ ਸੀ। ਔਰ ਇਹ ਬਣਿਆ ਸੀਗਾ 1213 ਦੇ ਵਿੱਚ ਬਣਾਇਆ ਗਿਆ ਸੀ। ਕਿਹੜੇ ਅੰਪਾਇਰ ਸੀਗਾ ਉਦੋਂ? ਕਾਕਤੀਆ ਅੰਪਾਇਰ ਚੱਲਦਾ ਸੀਗਾ ਇੱਥੇ, ਕਾਕਤੀਆ ਅੰਪਾਇਰ ਦੀ ਸੀਗਾ। ਤਾਂ ਇਹ ਦੂਆਂ ਬੱਚੇ ਆਪਾਂ ਦੇਖਣਾ ਨਹੀਂ ਗਾ। ਠੀਕ ਆ, ਅਤੇ ਇਸ ਤੋਂ ਬਾਅਦ ਜਿਹੜਾ ਕਾਕਤੀਆ ਵੰਸ਼ ਦੇ ਬਾਰੇ ਕੀ ਇੰਪੋਰਟੈਂਟ ਆ, ਤਾਂ ਜਿਹੜਾ ਆਪਾਂ ਗੱਲ ਕਰਦੇ ਹਾਂ ਕੋਹੀਨੂਰ ਡਾਇਮੰਡ।
ठीक है। ਜਿਹੜਾ ਇਹ ਹੀਰਾ ਮਤਲਬ ਕਿ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਗਾ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਕਹਿੰਦੇ ਆ ਵੀ ਮੇਲ ਜਾਤੀ ਦੇ ਲਈ ਮਤਲਬ ਕਿ ਸਹੀ ਨਹੀਂ ਹੈਗਾ, ਉਹਨਾਂ ਦਾ ਨੁਕਸਾਨ ਹੀ ਹੁੰਦਾ, ਤਾਂ ਇਹ ਕਾਕਤੀਆ ਵੰਸ਼ ਨੇ ਹੀ ਖੋਜਿਆ ਸੀ ਮਾਈਨ, ਜਾਂ ਮਤਲਬ ਕਿ ਮਾਈਨ ਦੇ ਵਿੱਚੋਂ ਉਹਨੂੰ ਫਸਟ ਕੱਢਿਆ ਸੀ। ਔਰ ਜੇ ਗੱਲ ਕਰੀਏ ਕਾਕਤੀਆ ਦੀ, ਕਾਕਤੀਆ ਦਾ ਅੰਤ 1323 ਦੇ ਵਿੱਚ ਹੋ ਗਿਆ ਸੀ, ਜਦੋਂ ਗਿਆਸੂਦੀਨ ਤੁਗਲਕ ਨੇ ਇੱਥੇ ਦਿੱਲੀ ਦਾ ਸੁਲਤਾਨ ਸੀ, ਇਹਨੇ ਆ ਕੇ ਇਹਨਾਂ ਦੇ ਅਟੈਕ ਕਰਤਾ ਸੀਗਾ ਕਾਕਤੀਆ ਵੰਸ਼ ਦੇ ਵਿੱਚੋਂ, ਤਾਂ ਉਹਨਾਂ ਦੇ ਮਿਸ਼ਨ ਦੇ ਉੱਤੇ ਇਹ ਕੋਹੀਨੂਰ ਸੀਗਾ ਜਿਹੜਾ ਇੱਥੋਂ ਲੈ ਕੇ ਉੱਥੇ ਲਿਜਾਇਆ ਗਿਆ ਸੀਗਾ। ਤਾਂ ਬੱਚੇ ਆ ਆਪਾਂ ਕਰ ਲਿਆ। ਇਸ ਤੋਂ ਬਾਅਦ ਇੱਕ ਹਿਸਟਰੀ ਦਾ ਹੋਰ ਕਰ ਲੈਂਦੇ ਹਾਂ, ਬਿਰਸਾ ਮੁੰਡਾ ਦੇ ਬਾਰੇ। ਬਿਰਸਾ ਮੁੰਡਾ ਨੂੰ ਲੈ ਕੇ UPSC ਦੇ ਵਿੱਚ ਕੁਐਸਚਨ ਆਇਆ ਹੋਇਆ ਸੀ, ਠੀਕ ਆ। ਤਾਂ ਬਿਰਸਾ ਮੁੰਡਾ, ਹੁਣ ਬਿਰਸਾ ਮੁੰਡਾ ਕੀ ਆ ਬੱਚੇ, ਪਹਿਲਾਂ ਤਾਂ ਇਹਦੇ ਨਾਮ ਹੋਰ ਕੀ ਨੇ, ਬਿਰਸਾ ਮੁੰਡਾ ਆ ਜੇ, ਜਾਂ ਫਿਰ ਆ ਜੇ ਤੁਹਾਨੂੰ ਧਰਤੀ ਅੱਬਾ, ਧਰਤੀ ਅੱਬਾ ਵੀ ਇਹਨੂੰ ਕਿਹਾ ਜਾਂਦਾ, ਜਾਂ ਫਿਰ ਆ ਜੇ ਤੁਹਾਨੂੰ ਅਰਥ ਫਾਦਰ, ਠੀਕ ਆ, ਅਰਥ ਫਾਦਰ ਯਾਨੀ ਕਿ ਧਰਤੀ ਦਾ ਪਿਤਾ, ਤਾਂ ਬਿਰਸਾ ਮੁੰਡਾ ਨੂੰ ਕਿਹਾ ਜਾਂਦਾ। ਤਾਂ ਇਹ ਕੌਣ ਆ, ਮੁੰਡਾ ਟਰਾਈਬ ਦੇ ਵਿੱਚੋਂ ਆ, ਮੁੰਡਾ ਟਰਾਈਬ ਦੇ ਵਿੱਚੋਂ ਆ, ਔਰ ਇਹ ਫੋਕ ਹੀਰੋ ਜਾਂ ਫਿਰ ਟਰਾਈਬਲ ਫਰੀडम ਫਾਈਟਰ ਆ ਉਹਨਾਂ ਦਾ। ਅਤੇ ਇਹਨੇ ਜਿਹੜਾ ਵਿਦਰੋਹ ਹੋਇਆ ਸੀ ਉਲਗੁਲਨ ਰਿਵੋਲਟ ਜਾਂ ਫਿਰ ਦਾ ਗ੍ਰੇਟ ਤੁੰਬਲਟ, ਤਾਂ ਇਹ ਵਾਲਾ ਹੋਇਆ ਸੀ ਬਿਰਸਾ ਮੁੰਡਾ ਦਾ ਵਿਦਰੋਹ 1899 ਅਤੇ 1900 ਦੇ ਬਿਟਵੀਨ। ਤਾਂ ਇਹ ਵਾਲਾ ਵਿਦਰੋਹ UPSC ਨੇ ਪੁੱਛਿਆ ਹੋਇਆ ਸੀਗਾ, ਉਹਦੇ ਵਿੱਚੋਂ ਦੱਸਣਾ ਸੀ ਵੀ ਕਿਹੜਾ ਇਹਦੇ ਵਿੱਚੋਂ ਗਲਤ ਮੈਚ ਸਹੀ ਸੀਗਾ। ਆਈ ਥਿੰਕ 19 ਜਾਂ 20 ਦੇ ਇਹਦੇ 'ਚ ਪੇਪਰ ਦੇ ਵਿੱਚ ਪ੍ਰੀਲਿਮ ਦੇ ਵਿੱਚ ਇਹ ਵਾਲਾ ਕੁਐਸਚਨ ਆਇਆ ਹੋਇਆ ਸੀਗਾ ਉਲਗੁਲਨ ਰਿਵੋਲਟ ਨੂੰ ਲੈ ਕੇ। ਤਾਂ ਫਿਰ ਇਸ ਤੋਂ ਬਾਅਦ ਇਹ ਰਿਵੋਲਟ ਦੇ ਕਾਰਨ ਕਰਕੇ ਹੀ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਕੀ ਕੀਤਾ ਸੀਗਾ, ਛੋਟਾ ਨਾਗਪੁਰ ਟੈਨੈਂਸੀ ਐਕਟ 1908 ਭੇਜਿਆ ਸੀ। ਡਨ। ਤਾਂ ਬੱਚੇ ਆ ਬਿਰਸਾ ਮੁੰਡਾ ਵਾਲਾ ਵੀ ਆਪਣਾ ਕਲੀਅਰ ਹੋ ਗਿਆ। ਇਸ ਤੋਂ ਬਾਅਦ ਸੰਕਲਪ ਆ ਜਿਹੜਾ ਉਹ ਵੀ ਕਲੀਅਰ ਕਰ ਲਿਆ ਆਪਾਂ। ਇਸ ਤੋਂ ਬਾਅਦ ਹੁਣ ਆਪਾਂ ਦੋ ਗੱਲ ਕਰਾਂਗੇ ਜਿਹੜੇ ਸਟੈਚੂ ਲੱਗੇ ਆ, ਠੀਕ ਆ, ਜਿਹੜੇ ਵੀ ਸਟੈਚੂ ਲੱਗੇ ਨੇ ਜਾਣੀ ਕਿ ਬੁੱਤ। ਦੇਖੋ ਇੱਕ ਦਾ ਬੁੱਤ ਬਣਨ ਜਾ ਰਿਹਾ 12 ਫੀਟ ਉੱਚਾ। ਤਾਂ ਇਹ ਵਾਲਾ ਬੁੱਤ ਕਿੱਥੇ ਬਣਨ ਜਾ ਰਿਹਾ ਬੱਚੇ, ਦੇਖੋ ਜਿਹੜਾ ਇਹ ਵਾਲਾ ਬੁੱਤ ਬਣਨ ਜਾ ਰਿਹਾ ਇਹ ਬਣੂਗਾ ਆਦਿ ਸ਼ੰਕਰਾਚਾਰੀਆ ਦਾ, ਆਦਿ ਸ਼ੰਕਰਾਚਾਰੀਆ ਦਾ ਇਹ ਵਾਲਾ ਬਣਨ ਜਾ ਰਿਹਾ। ਔਰ ਇਹ ਕਿੱਥੇ ਬਣਨ ਜਾ ਰਿਹਾ ਇਹ ਬੱਚੇ ਤੁਸੀਂ ਕਮੈਂਟ ਕਰਕੇ ਦੱਸਣਾ, ਥੋੜ੍ਹਾ ਜਿਹਾ ਕਰਨਾ। ਔਰ ਇਹ ਕਿਹਦੇ ਡਿਸਾਈਪਲ ਸੀਗੇ, ਮਤਲਬ ਕਿ ਚੇਲੇ ਕਿਹਦੇ ਸੀਗੇ। ਆਹ ਦੋ ਕੁਐਸਚਨ ਤੁਸੀਂ ਆਹ ਵਾਲੇ ਆਦਿ ਸ਼ੰਕਰਾਚਾਰੀਆ ਦੇ ਬਾਰੇ, ਜੇ ਕੋਈ ਤੁਹਾਨੂੰ ਹੋਰ ਫੈਕਟ ਵੀ ਇਹਨਾਂ ਦੇ ਬਾਰੇ ਮਿਲ ਗਿਆ ਦੈਨ ਤੁਸੀਂ ਉਹ ਵੀ ਕਮੈਂਟ ਕਰਕੇ ਆਪਣਾ ਆਨਸਰ ਇੱਥੇ ਦੱਸ ਸਕਦੇ ਹੋ, ਠੀਕ ਆ। ਇਸ ਤੋਂ ਬਿਨਾਂ PN ਪਾਨੀਕਰ, ਇਹਨਾਂ ਦਾ ਬੁੱਤ ਰਾਸ਼ਟਰਪਤੀ ਦੇ ਦੁਆਰਾ ਪੂਜਾ, ਮਤਲਬ ਕਿ ਕੇਰਲਾ ਦੇ ਵਿੱਚ ਇਹਨਾਂ ਦਾ ਬੁੱਤ ਵੀ ਲਗਾਇਆ ਜਾ ਰਿਹਾ, ਠੀਕ ਆ। ਤਾਂ ਬੱਚੇ ਇਹ ਸੀਗੇ ਅੱਜ ਦੇ ਆਪਣੇ ਇੰਪੋਰਟੈਂਟ ਫੈਕਟ ਜਿਹੜੇ ਆਪਾਂ ਹਿਸਟਰੀ ਦੇ ਵਿੱਚੋਂ ਵੀ ਆਪਾਂ ਕੀਤੇ ਆ, ਕਰੰਟ ਦੇ ਵਿੱਚੋਂ ਵੀ ਜਿਹੜੀਆਂ ਇੰਟਰਨੈਸ਼ਨਲ ਲੈਵਲ 'ਤੇ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਡਿਸਕਸ ਕੀਤਾ, ਜਿਓਗ੍ਰਾਫੀ, ਇਨਵਾਇਰਨਮੈਂਟ, ਇਕੋਨਮੀ। ਤਾਂ ਸਭ ਦੇ ਵਿੱਚੋਂ ਹੀ ਆਪਾਂ ਜਿਹੜੇ ਨੇ ਆਪਣੇ ਕਰੰਟ ਦੇ ਵਿੱਚੋਂ ਇੰਪੋਰਟੈਂਟ ਟੌਪਿਕ ਆਪਾਂ ਤੁਹਾਡੇ ਨਾਲ ਕੱਢ ਕੇ ਡਿਸਕਸ ਕੀਤੇ ਆ। ਜਿਹੜੇ ਕੁਐਸਚਨ ਤੁਹਾਨੂੰ ਪੁੱਛੇ ਗਏ ਆ ਉਹਨਾਂ ਦਾ ਜਵਾਬ ਤੁਸੀਂ ਜ਼ਰੂਰ ਦਿਓ ਬੱਚੇ। ਦੇਖੋ ਇਹਦੀਆਂ ਤਾਂ ਆਪਾਂ ਤਕਰੀਬਨ ਰੈਗੂਲਰ ਵੀਡੀਓਜ਼ ਨੇ ਜਿਹੜੀਆਂ ਪਾਵਾਂਗੇ 40 ਤੋਂ 45 ਮਿੰਟ ਦੀ, ਆਈ ਥਿੰਕ ਹੋ ਸਕੇ ਤਾਂ ਘੰਟੇ ਦੀ ਹੋਵੇ, ਤਾਂ ਨਹੀਂ ਮਤਲਬ ਕਿ ਮਿਨੀਮਮ 25-30 ਮਿੰਟ ਦੀ ਵੀਡੀਓ ਤਾਂ ਰਹੂਗੀ। ਤਾਂ ਇਹਦੇ ਵਿੱਚੋਂ ਜਿੰਨੇ ਇੰਪੋਰਟੈਂਟ ਕਰੰਟ ਹੋਣਗੇ ਤੁਹਾਡੇ ਕੋਸ਼ਿਸ਼ ਕੀਤੀ ਜਾਊਗੀ ਵੀ ਜਨਵਰੀ 2021 ਤੋਂ ਲੈ ਕੇ ਇੰਪੋਰਟੈਂਟ ਤੁਹਾਡੇ ਅਪ੍ਰੈਲ ਤੱਕ ਦੇ ਜਾਂ ਫਿਰ ਮਈ ਤੱਕ ਦੇ 1 ਮਈ 2 ਮਈ 10 ਮਈ ਤੱਕ ਦੇ ਕਵਰ ਤੁਹਾਨੂੰ ਕਰਵਾ ਦਿੱਤੇ ਜਾਣ, ਠੀਕ ਆ। ਤਾਂ ਬੱਚੇ ਤੁਸੀਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਅਤੇ ਉਹਨਾਂ ਦੇ ਵਿੱਚੋਂ ਚਲੋ ਸਾਰੇ ਪੁਆਇੰਟ ਨੋਟ ਨਹੀਂ ਹੁੰਦੇ, ਵੈਸੇ ਜਿਵੇਂ ਦੇ ਤੁਹਾਨੂੰ ਮੈਂ ਆਹ ਵਾਲੇ ਕਰਵਾਉਣਾ ਤੁਸੀਂ ਐਵੇਂ ਵੀ ਨੋਟ ਕਰੋ ਨਾ, ਤਾਂ ਤੁਹਾਨੂੰ ਉਹ ਚੀਜ਼ ਇੱਕ ਨਾਲੇ ਤਾਂ ਲਿਖਣੀ ਵੀ ਔਖੀ ਨਹੀਂ ਹੈਗੀ ਇੰਨਾ ਕੁ ਤਾਂ, ਔਰ ਇਹਦੇ 'ਚੋਂ ਰਿਵੀਜ਼ਨ ਕਰਨੀ ਬਹੁਤ ਈਜ਼ੀ ਹੁੰਦੀ ਆ। ਪੈਨ ਪੁਆਇੰਟ ਤੁਸੀਂ ਐਵੇਂ ਨੂੰ ਕਰ ਸਕਦੇ ਹੋ ਕੱਢ ਕੇ, ਠੀਕ ਆ। ਜਿਵੇਂ ਕਿ ਆਪਾਂ ਹੁਣ ਇੱਥੇ ਕੀਤਾ ਸੀਗਾ ਬਿਰਸਾ ਮੁੰਡਾ ਦੇ ਬਾਰੇ ਕੀਤਾ, ਤਾਂ ਬਿਰਸਾ ਮੁੰਡਾ ਦੇ ਬਾਰੇ ਬਸ 4-5 ਐਰੋ ਲਾਓ ਤੁਸੀਂ, ਇਹ ਚੀਜ਼ ਨੂੰ ਲਿਖ ਕੇ ਨੋਟ ਕਰ ਦਿਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਹ ਚੀਜ਼ ਐਵੇਂ ਹੋਈ ਸੀ। ਇੱਕ ਵਾਰ ਤੁਸੀਂ ਧਿਆਨ ਦੇ ਨਾਲ ਸੁਣੀ ਆ, ਜਦੋਂ ਇਹਨੂੰ ਦੁਬਾਰਾ ਕਾਪੀ ਪੈਨ ਚੱਕ ਕੇ ਇੱਕ ਵਾਰ ਰਿਵਾਈਜ਼ ਕਰੋਗੇ ਦੈਨ ਤੁਹਾਡੇ ਸਾਹਮਣੇ ਆਟੋਮੈਟਿਕਲੀ ਇਹ ਚੀਜ਼ ਇਮੇਜ ਬਣ ਜੂਗੀ ਵੀ ਆਹ ਵਾਲੀ ਚੀਜ਼ ਨੂੰ ਅਸੀਂ MM ਕਰਕੇ ਕੀਤਾ ਸੀ, ਧਰਤੀ ਅੱਬਾ ਜਾਂ ਫਿਰ MM ਕਰਕੇ ਜਿਹੜੀ ਚੀਜ਼ ਸਮਝਾਈ ਆ ਤੁਹਾਨੂੰ ਆਪਣੇ ਆਪ ਯਾਦ ਆ ਜਾਂਦੀ ਆ। ਤਾਂ ਬੱਚੇ ਇਹ ਚੀਜ਼ ਸੀਗੀ। ਰਾਮੱਪਾ ਟੈਂਪਲ ਦੇ ਬਾਰੇ ਗੱਲ ਕਰ ਲਈ ਆਪਾਂ, ਕੋਹੀਨੂਰ ਟੈਂਪਲ ਹੋ ਗਿਆ, ਕੋਹੀਨੂਰ ਆਪਣਾ ਡਾਇਮੰਡ ਹੋ ਗਿਆ। ਤਾਂ ਇਹਦੇ ਵਿੱਚੋਂ ਜਿੰਨੇ ਆਪਣੇ ਇੰਪੋਰਟੈਂਟ ਫੈਕਟ ਹੋਣਗੇ ਆਪਾਂ ਉਹ ਸਾਰਿਆਂ ਦੇ ਨਾਲ ਰਿਲੇਟਡ ਆਰਟੀਕਲ ਆਪਣੇ ਪੋਲਿਟੀ ਨੂੰ ਵੀ ਕਵਰ ਕੀਤਾ, ਤਾਂ ਆਪਾਂ ਸਾਰੇ ਇਹਨਾਂ ਨੂੰ ਕਵਰ ਕਰ ਲੈਣਾ। ਜਿਹੜੇ ਬੱਚੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੱਚੇ, ਕਿਉਂਕਿ ਵੀਡੀਓ ਨੂੰ ਕੰਪਾਈਲ ਕਰਨ 'ਤੇ, ਕਰੰਟ ਇਕੱਠਾ ਕਰਨ 'ਤੇ ਔਰ ਉਹਨਾਂ ਦੇ ਫੈਕਟ ਕਲੀਅਰ ਕਰਨ ਦੇ, ਠੀਕ ਆ ਬੱਚੇ, ਬਹੁਤ ਮਿਹਨਤ ਲੱਗਦੀ ਆ। ਤਾਂ ਪਰ ਆਪਾਂ ਤੁਹਾਡੇ ਲਈ ਫਿਰ ਵੀ ਪ੍ਰੋਪਰ ਕੰਟੈਂਟ
ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਈਦਾ ਤਾਂ ਤੁਹਾਡੀ ਇੰਨੀ ਕੁ ਰਿਸਪੌਂਸਿਬਿਲਿਟੀ ਬਣਦੀ ਆ। ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਕਮੈਂਟ ਕਰਕੇ ਉਹਦਾ ਆਨਸਰ ਜ਼ਰੂਰ ਕਰਿਆ ਕਰੋ ਔਰ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ, ਬਾਕੀ ਬੱਚਿਆਂ ਨੂੰ ਪਤਾ ਲੱਗੇ ਬੱਚੇ ਤੁਹਾਨੂੰ ਕੀ ਵੀਡੀਓ ਦੇ ਵਿੱਚ ਕਿਵੇਂ ਦਾ ਕੁਝ ਕਰਵਾਇਆ ਜਾ ਰਿਹਾ। ਦੇਖੋ ਬੱਚੇ, ਜਿਹੜੇ ਆਪਾਂ ਗੱਲ ਕਰੀਏ ਥੰਬਨੇਲ ਦੀ, ਥੰਬਨੇਲ ਤਾਂ ਆਪਾਂ ਉਹੀ ਪੇਸਟ ਕਰ ਰਹੇ ਹਾਂ ਸਭ ਦੇ ਵਿੱਚ, ਕਿਉਂਕਿ ਥੰਬਨੇਲ ਬਣਾਉਣ ਦੇ ਵਿੱਚ ਮਤਲਬ ਕਿ ਟਾਈਮ ਲੱਗ ਜਾਂਦਾ। ਸੋ ਆਪਾਂ ਨਹੀਂ ਚਾਹੁੰਦੇ ਵੀ ਆਪਣਾ ਟਾਈਮ ਵੇਸਟ ਹੋਵੇ, ਤਾਂ ਟੂ ਦਾ ਪੁਆਇੰਟ। ਕਈ ਵਾਰ ਇੱਕ ਪਾਵਰ ਕੱਟ ਹੋ ਜਾਂਦਾ ਬੱਚੇ, ਤਾਂ ਕਰਕੇ ਵੀਡੀਓ ਦੇ ਵਿੱਚ ਦੇਰੀ ਆ ਜਾਂਦੀ ਆ। ਨਹੀਂ ਤਾਂ ਆਪਾਂ 3 ਤੋਂ 4 ਵੀਡੀਓਜ਼ ਦਿਨ ਦੇ ਵਿੱਚ ਰੈਗੂਲਰ ਤੁਹਾਡੇ ਲਈ ਅਪਡੇਟ ਕਰੀਏ। ਤਾਂ ਜਿਹੜੇ ਬੱਚਿਆਂ ਨੂੰ PDF ਵਗੈਰਾ ਚਾਹੀਦਾ ਜਾਂ ਕੋਈ ਡਾਊਟ ਹੁੰਦਾ ਤਾਂ ਉਹ ਸਾਡੇ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਆ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਔਰ ਜਿਨ੍ਹਾਂ ਨੇ ਵੀਡੀਓ ਲਾਈਕ ਨਹੀਂ ਕੀਤੀ, ਵੀਡੀਓ ਨੂੰ ਲਾਈਕ ਕਰ ਦਿਓ ਬੱਚੇ, ਔਰ ਚੈਨਲ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।